ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸਮਤ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਹੁ ਸਿਰਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸਮਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਟਲ ਚਵਰ ਛਤਰ ਤਖਤਾਂ ਦੇ ਮਾਲਕ 10 ਪਾਤਸ਼ਾਹੀਆਂ ਦਾ ਆਤਮਕ ਸਰੂਪ ਸ਼ਬਦ ਗੁਰੂ ਧੰਨ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਰੂਪ ਸਾਧ ਸੰਗਤ ਬੜੇ ਹੀ ਵਡਭਾਗੇ ਹਾਂ ਜੋ ਸਤਿਗੁਰਾਂ ਦੇ ਦਰ ਦੇ ਅੰਦਰ ਆਣ ਕਰਕੇ ਇਹ ਆਪਣੀਆਂ ਜੀਵਨ ਦੀਆਂ ਘੜੀਆਂ ਨੂੰ ਸਫਲਿਆ ਕਰ ਰਹੇ ਹਾਂ। ਸਤਿਗੁਰਾਂ ਨੇ ਬੜੀ ਮਹਾਨ ਮਿਹਰਾਮਤ ਕੀਤੀ ਜੋ ਪਿਛਲੇ ਦਿਨਾਂ ਦੇ ਅੰਦਰ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦਾ ਪਵਿੱਤਰ ਪ੍ਰਕਾਸ਼ ਪੁਰਬ ਸਾਰੀ ਹੀ ਸੰਗਤ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਕੀਤਾ ਹੈ, ਜਿਸ ਦੇ ਸੰਬੰਧ ਅੰਦਰ ਜੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ ਅਤੇ ਕੱਲ ਉਹਨਾਂ ਦੇ ਭੋਗ ਪੈ ਕਰਕੇ ਤੇ ਉਪਰੰਤ ਜੋ ਦੀਵਾਨ ਸਜੇ ਕਥਾ ਵਿਚਾਰਾਂ ਹੋਈਆਂ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ। ਸੋ ਇਸ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਕਰਕੇ ਜੋ ਆਪਣੀ ਕਥਾ ਜੋ ਰੋਕੀ ਗਈ ਸੀ 2-3 ਦਿਨ ਵਾਸਤੇ, ਇਸ ਕਰਕੇ ਕਥਾ ਨਹੀਂ ਹੋ ਸਕੀ। ਜੋ ਪਿਛਲੇ ਦਿਨਾਂ ਦੇ ਅੰਦਰ ਬਚਿੱਤਰ ਨਾਟਕ ਗੁਰਬਾਣੀ ਜਿਸ ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਮੁਖਾਰ ਬਿੰਦ ਤੋਂ ਆਪਣੀ ਜੀਵਨ ਕਥਾ ਉਚਾਰਨ ਕੀਤੀ, ਉਸ ਨੂੰ ਆਪਾਂ ਸਰਵਣ ਕਰਨ ਦਾ ਯਤਨ ਕੀਤਾ ਸੀ। ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ, ਆਪਾਂ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਹੋਣ ਤੱਕ ਦੀ ਜੋ ਕਥਾ ਹੈ ਉਹ ਸਰਵਣ ਕਰਕੇ ਤੇ ਉਸ ਤੋਂ ਉਪਰੰਤ ਭੰਗਾਣੀ ਦਾ ਯੁੱਧ ਸਰਵਣ ਕੀਤਾ ਸੀ। ਸੋ ਸਾਧ ਸੰਗਤ ਅੱਜ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਜੋ ਸੋਧਾ ਰਹਿਰਾਸ ਸਾਹਿਬ ਜੀ ਦੀ ਗੁਰਬਾਣੀ ਦੇ ਅਰਥ ਕਥਾ ਵਿਚਾਰਾਂ ਆਪਾਂ ਪਿਛਲੇ ਦਿਨਾਂ 'ਚ ਸਰਵਣ ਕਰ ਚੁੱਕੇ ਹਾਂ। ਉਸ ਤੋਂ ਉਪਰੰਤ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸ੍ਰੀ ਸੋਹਿਲਾ ਸਾਹਿਬ ਜੀ ਦੀ ਕੀਰਤਨ ਸੋਹਿਲੇ ਜੀ ਦੀ ਬਾਣੀ ਆਉਂਦੀ ਹੈ ਤੇ ਇਸ ਦੀ ਕਥਾ ਵਿਚਾਰ ਅੱਜ ਪ੍ਰਾਰੰਭ ਹੋਣੀ ਹੈ। ਸਾਰੀ ਹੀ ਸੰਗਤ ਬੜੇ ਪ੍ਰੇਮ ਸਹਿਤ ਸਤਿਗੁਰਾਂ ਦੇ ਦਰ ਦੇ ਅੰਦਰ ਪਹੁੰਚ ਕਰਕੇ ਇਸ ਗੁਰਬਾਣੀ ਦੇ ਕਥਾ ਵਿਚਾਰ ਸਰਵਣ ਕਰਕੇ ਤੇ ਲਾਹੇ ਪ੍ਰਾਪਤ ਕਰੀਏ, ਤਾਂ ਜੋ ਸਾਡੇ ਮਨਾਂ ਦੇ ਅੰਦਰ ਵੀ ਇਹ ਸਤਿਗੁਰੂ ਬਖਸ਼ਿਸ਼ ਕਰ ਦੇਣ। ਇਹ ਸੁਣਹਾਰ ਕਥਾ ਉਤਾਰੀ ਮੈਲ, ਜਿਹੜੇ ਮਨ ਮੈਲ ਦੇ ਨਾਲ ਵਿਕਾਰਾਂ ਦੀਆਂ ਮੈਲਾਂ ਦੇ ਨਾਲ ਭਰ ਚੁੱਕੇ ਹਨ ਅਤੇ ਜਿਹੜੇ ਮਨਾਂ ਦੇ ਅੰਦਰ ਇਹ ਫੁਰਨਾ ਮਾਤਰ ਵੀ ਨਹੀਂ ਆਉਂਦਾ ਕਿ ਸਤਿਗੁਰਾਂ ਦੇ ਦਰ ਅੰਦਰ ਜਾ ਕਰਕੇ ਤੇ ਸਿਫਤ ਸਲਾਹ ਵੀ ਕਰੀਏ ਸਤਿਗੁਰਾਂ ਦੀ, ਐਸੇ ਮਨਾਂ ਨੂੰ ਧੋਣ ਵਾਸਤੇ ਇਹ ਜੋ ਕਥਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਸ ਨੂੰ ਸਰਵਣ ਕਰੀਏ। ਸਤਿਗੁਰੂ ਬਖਸ਼ਿਸ਼ ਕਰਨ, ਸਾਰੀ ਹੀ ਸੰਗਤ ਦੇ ਹਿਰਦਿਆਂ ਅੰਦਰ ਇਹ ਕਥਾ ਵਸ ਜਾਵੇ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਗੁਰੂ ਤੁਸੀਂ ਬਖਸ਼ਿਸ਼ ਕਰਕੇ ਤੇ ਇਹ ਸੇਵਾ ਆਪ ਲੈ ਲਿਓ। ਆਓ ਹੁਣ ਜੋ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਕਥਾ ਪ੍ਰਾਰੰਭ ਹੋ ਰਹੀ ਹੈ ਜਿਸ ਨੂੰ ਸਰਵਣ ਕਰੀਏ ਜੀ। ਸਾਰੀ ਹੀ ਸੰਗਤ ਦੋਏ ਕਰ ਜੋੜ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਸਾਧ ਸੰਗਤ ਇਹ ਜੋ ਪਵਿੱਤਰ ਗੁਰਬਾਣੀ ਕੀਰਤਨ ਸੋਹਿਲਾ, ਜਿਸ ਨੂੰ ਸੋਹਿਲਾ ਸਾਹਿਬ ਕੀਰਤਨ ਸੋਹਿਲਾ ਆਪਾਂ ਨਾਮ ਲੈ ਕਰਕੇ ਜਾਣਦੇ ਹਾਂ, ਇਹ ਪਵਿੱਤਰ ਗੁਰਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਜੋ ਸ੍ਰੀ ਜਪਜੀ ਸਾਹਿਬ, ਸ੍ਰੀ ਰਹਿਰਾਸ ਸਾਹਿਬ ਅਤੇ ਉਸ ਤੋਂ ਉਪਰੰਤ ਇੱਕ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਆਉਂਦੀ ਹੈ। ਇਸ ਦੀ ਜੋ ਮਰਿਆਦਾ ਹੈ ਇਸ ਨੂੰ ਪੜ੍ਹਨ ਦੀ ਉਹ ਭਾਈ ਗੁਰਦਾਸ ਜੀਆਂ ਨੇ ਬਖਸ਼ਿਸ਼ ਕਰਕੇ ਤੇ ਇਸ ਨੂੰ ਬਿਰਾਜਣ ਵੇਲੇ ਸੌਣ ਵੇਲੇ ਇਹ ਗੁਰਬਾਣੀ ਪੜ੍ਹਨ ਲਈ ਇਹ ਮਰਿਆਦਾ ਕਾਇਮ ਕੀਤੀ। ਜੋ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਅਤੇ 5 ਬਾਣੀਆਂ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀਆਂ,
ਸੰਧਿਆ ਵੇਲੇ ਸੋਦਰ ਰਹਿਰਾ ਸਾਹਿਬ ਅਤੇ ਆਰਤੀ ਅਤੇ ਬਿਰਾਜਣ ਵੇਲੇ ਸੌਣ ਵੇਲੇ ਇਹ ਜੋ ਕੀਰਤਨ ਸੋਹਲਾ ਜੀ ਦੀ ਬਾਣੀ ਹੈ, ਇਹ ਮਰਿਆਦਾ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਜਿਸ ਸਮੇਂ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਤੇ ਸਿੱਖ ਨੂੰ ਸਿੰਘ ਸਜਾਇਆ ਸੀ, ਇਹ ਉਦੋਂ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਸੋ ਸਾਧ ਸੰਗਤ, ਇਸ ਪਵਿੱਤਰ ਗੁਰਬਾਣੀ ਦੀ ਉਥਾਨਕਾ ਇਸ ਪ੍ਰਕਾਰ ਹੈ ਕਿ ਇੱਕ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ, ਤਿਨਾਂ ਪਾਸ ਇੱਕ ਸਿੱਖ ਨੇ ਆਣ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ, ਮੈਂ ਸੌਦਾਗਰ ਹਾਂ, ਮੈਂ ਘੋੜਿਆਂ ਦਾ ਵਪਾਰ ਕਰਦਾ ਹਾਂ, ਇੱਕ ਜਗ੍ਹਾ ਤੋਂ ਘੋੜੇ ਖਰੀਦ ਕਰਕੇ ਤੇ ਦੂਸਰੀ ਜਗ੍ਹਾ ਲਿਜਾ ਕਰਕੇ ਵੇਚਦਾ ਹਾਂ। ਤੇ ਇਸ ਪ੍ਰਕਾਰ ਜਿਸ ਸਮੇਂ ਮੈਂ ਰਾਤ ਨੂੰ ਬਿਰਾਜਦਾ ਹਾਂ, ਕਿਤੇ ਰੁਕਦਾ ਹਾਂ, ਤਾਂ ਜੋ ਚੋਰ ਮੇਰੇ ਮਗਰ ਪੈ ਹੋਏ ਹਨ ਤੇ ਇਹ ਮੇਰੇ ਘੋੜੇ ਚੋਰੀ ਕਰ ਲੈਂਦੇ ਹਨ ਤੇ ਇਸ ਪ੍ਰਕਾਰ ਮੈਨੂੰ ਬਹੁਤ ਹੀ ਘਾਟਾ ਪੈ ਰਿਹਾ ਹੈ। ਇਹ ਲੁੱਟ ਕਰਕੇ, ਇਹ ਚੋਰੀ ਕਰਕੇ ਮੇਰੇ ਘੋੜੇ ਲੈ ਜਾਂਦੇ ਹਨ ਜਿਹੜੇ ਚੋਰ, ਤੇ ਤੁਸੀਂ ਕਿਰਪਾ ਕਰੋ ਮੇਰੇ ਤੇ ਕਿ ਮੇਰੇ ਤੇ ਰਹਿਮਤ ਕਰਕੇ ਤੇ ਇਹਨਾਂ ਚੋਰਾਂ ਤੋਂ ਮੇਰਾ ਖਹਿੜਾ ਛਡਾਓ ਕਿਸੇ ਪ੍ਰਕਾਰ ਦੇ ਨਾਲ। ਤੇ ਸਤਿਗੁਰਾਂ ਨੇ ਉਸ ਨੂੰ ਬਖਸ਼ਿਸ਼ ਕੀਤੀ ਸੀ ਕਿ ਇਹ ਜੋ ਕੀਰਤਨ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਅਤੇ ਜੋ 5 ਸ਼ਬਦ ਸਤਿਗੁਰਾਂ ਨੇ ਨਾਲ ਬਖਸ਼ਿਸ਼ ਕੀਤੇ ਹਨ, ਰੱਖਿਆ ਦੇ ਸ਼ਬਦ ਜਿਹੜੇ ਗੁਰਸਿੱਖਾਂ ਦੁਆਰਾ ਪੜ੍ਹੇ ਜਾਂਦੇ ਹਨ, ਉਹ ਇਸ ਪ੍ਰਕਾਰ: ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਦੂਸਰਾ ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਤੀਸਰਾ ਜੋ ਸ਼ਲੋਕ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਚੌਥਾ, ਮਨ ਮਹਿ ਚਿਤ ਵਉ ਚਿਤਵਣੀ, ਉਦਮ ਕਰੋ ਉਠ ਨੀਤ। ਤੇ ਪੰਜਵਾ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਇਹ ਸਾਧ ਸੰਗਤ, ਇਹ ਸਤਿਗੁਰਾਂ ਨੇ ਉਸ ਨੂੰ ਬਖਸ਼ਿਸ਼ ਕੀਤੀ ਕਿ ਇਹ ਜੋ 5 ਸ਼ਬਦ ਰੱਖਿਆ ਦੇ, ਉਸ ਤੋਂ ਉਪਰੰਤ ਕੀਰਤਨ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ, ਇਹ 5 ਇਸ਼ਨਾਨ ਕਰਕੇ ਤੇ ਰਾਤ ਨੂੰ ਬਿਰਾਜਣ ਵੇਲੇ ਇਹ ਸ਼ਬਦ ਪੜ੍ਹਨੇ ਹਨ। ਇਹ ਸੋਹਿਲਾ ਸਾਹਿਬ ਦੀ ਬਾਣੀ ਤੂੰ ਪੜ੍ਹ ਕੇ ਬਿਰਾਜੇਗਾ ਤਾਂ ਤੇਰੇ ਘਰ ਦੇ ਦੁਆਲੇ ਲੋਹੇ ਦਾ ਕੋਟ ਹੋ ਜਾਵੇਗਾ, ਲੋਹੇ ਦੀ ਦੀਵਾਰ ਹੋ ਜਾਵੇਗੀ ਅਤੇ ਕੋਈ ਵੀ ਚੋਰ ਤੇਰੇ ਘਰ ਆਣ ਕਰਕੇ ਤੇ ਕੋਈ ਚੋਰੀ ਨਹੀਂ ਕਰ ਸਕੇਗਾ। ਇਹ ਸਤਿਗੁਰਾਂ ਨੇ ਉਸ ਨੂੰ ਬਖਸ਼ਿਸ਼ ਕਰ ਦਿੱਤੀ। ਫਿਰ ਬੇਨਤੀ ਕਿ 5 ਇਸ਼ਨਾਨ ਕਰਕੇ, 5 ਇਸ਼ਨਾਨਾਂ ਕਰਕੇ ਇਹ ਜੋ ਰੱਖਿਆ ਦੇ ਸ਼ਬਦ 5 ਹਨ, ਇਹ ਪੜ੍ਹਨੇ ਹਨ ਚੌਂਕੜਾ ਮਾਰ ਕਰਕੇ, ਤੇ ਉਸ ਤੋਂ ਉਪਰੰਤ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ। ਇਸ ਪੜ੍ਹਨ ਦੇ ਨਾਲ ਸਤਿਗੁਰੂ ਕਹਿੰਦੇ ਵੀ ਤੇਰੇ ਘਰ ਦੇ ਦੁਆਲੇ ਜੋ ਕੋਟ ਬਣ ਜਾਵੇਗਾ, ਲੋਹੇ ਦੀਆਂ ਦੀਵਾਰਾਂ ਖੜੀਆਂ ਹੋ ਜਾਣਗੀਆਂ ਤੇ ਕੋਈ ਅੰਦਰ ਨਹੀਂ ਆ ਪਾਵੇਗਾ ਤੇਰੇ ਘਰ ਦੇ ਅੰਦਰ ਚੋਰੀ ਕਰਨ ਵਾਸਤੇ। ਤੇ ਇਹ ਸਿੱਖ ਜੋ ਸੀ, ਇਹ ਸਤਿਗੁਰਾਂ ਦਾ ਇਹ ਬਚਨ ਸੁਣ ਕਰਕੇ ਨਿਹਾਲ ਹੋਇਆ ਅਤੇ ਜਾ ਕਰਕੇ ਇਹਨੇ ਇਸੇ ਹੀ ਪ੍ਰਕਾਰ ਕਰਨ ਲੱਗ ਪਿਆ। ਇਸ ਨੇ ਰਾਤ ਨੂੰ ਬਿਰਾਜਣ ਵੇਲੇ 5 ਇਸ਼ਨਾਨਾਂ ਕਰਕੇ ਰੱਖਿਆ ਦੇ ਸ਼ਬਦ ਅਤੇ ਕੀਰਤਨ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਕਰਕੇ ਤੇ ਅਰਦਾਸ ਕਰਨੀ। ਅਰਦਾਸ ਕਰਕੇ ਜਿਸ ਸਮੇਂ ਇਹ ਬਿਰਾਜਦਾ ਸੀ ਤਾਂ ਇਸ ਦੇ ਘਰ ਦੇ ਦੁਆਲੇ ਇੱਕ ਕੋਟ ਹੋ ਜਾਂਦਾ ਸੀ, ਲੋਹੇ ਦੀਆਂ ਦੀਵਾਰਾਂ ਖੜੀਆਂ ਹੋ ਜਾਂਦੀਆਂ ਸਨ। ਤੇ ਉਹ ਚੋਰ ਫਿਰ ਇਹਨਾਂ ਦਿਨਾਂ ਦੇ ਅੰਦਰ ਬੜਾ ਉਹਨਾਂ ਨੇ ਯਤਨ ਕੀਤਾ ਚੋਰੀ ਕਰਨ ਦਾ, ਪਰ ਉਹਨਾਂ ਦੇ ਸਾਹਮਣੇ ਇਹ ਲੋਹੇ ਦੀਆਂ ਵੱਡੀਆਂ ਵੱਡੀਆਂ ਉਹਨਾਂ ਨੂੰ ਦੀਵਾਰਾਂ ਦਿਸਣ ਲੱਗ ਪਈਆਂ। ਉਹ ਅੰਦਰ ਨਾ ਜਾ ਸਕੇ ਤੇ ਚੋਰੀ ਨਾ ਕਰ ਸਕੇ ਉਸ ਸੌਦਾਗਰ ਦੇ ਘੋੜਿਆਂ ਦੀ। ਤੇ ਇਸ ਪ੍ਰਕਾਰ ਦੇ ਨਾਲ ਉਸ ਦੇ ਦਿਨ ਬਤੀਤ ਹੋਣ ਲੱਗੇ। ਪਰ ਜਿਹੜੇ ਚੋਰ ਸਨ, ਇਹਨਾਂ ਨੇ ਖਹਿੜਾ ਨਹੀਂ ਛੱਡਿਆ ਉਹਦਾ। ਇੱਕ ਦਿਨ ਐਸਾ ਬਣਿਆ ਕਿ ਇਹ ਜਿਹੜਾ ਸਿੱਖ ਸੌਦਾਗਰ ਸੀ, ਇਸ ਨੂੰ ਸੰਧਿਆ ਬਿਰਾਜਣ ਵੇਲੇ ਜੋ ਕੀਰਤਨ ਸੋਹਿਲਾ ਸਾਹਿਬ ਬਾਣੀ ਦਾ ਪਾਠ ਕਰ ਰਿਹਾ ਸੀ, ਇਸ ਨੂੰ ਕੁਝ ਆਲਸ ਆ ਗਿਆ। ਇਹ ਤੇ ਬਾਣੀ ਪੜ੍ਹਦਾ ਹੀ ਸੌਂ ਗਿਆ ਤੇ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚ ਹੀ ਰਹਿ ਗਈ, ਅੱਧੀ ਕੁ ਪੜ੍ਹ ਹੋਈ। ਉਸ ਸਮੇਂ ਜਿਸ ਸਮੇਂ ਇਸ ਨੂੰ ਨੀਂਦ ਆ ਗਈ ਤਾਂ ਜਿਹੜਾ ਕੋਟ ਸੀਗਾ ਲੋਹੇ ਦਾ, ਉਹ ਅੱਧਾ ਹੀ ਹੋ ਪਾਇਆ ਇਸ ਦੇ ਘਰ ਦੇ ਦੁਆਲੇ ਅਤੇ ਬਾਕੀ ਨਾ ਹੋਇਆ। ਤੇ ਇਸ ਦਿਨਾਂ ਦੇ ਅੰਦਰ ਫਿਰ ਉਹਨਾਂ ਚੋਰਾਂ ਦਾ ਦਾਅ ਲੱਗ ਗਿਆ ਜਿੱਥੇ ਕੋਟ ਨਹੀਂ ਸੀ ਹੋਇਆ, ਕਿਉਂਕਿ ਬਾਣੀ ਪੂਰੀ ਨਹੀਂ ਸੀ ਪੜ੍ਹ ਕੇ ਬਿਰਾਜਿਆ। ਤੇ ਉਹ ਅੰਦਰ ਆ ਗਏ। ਆਣ ਕਰਕੇ ਚੋਰਾਂ ਨੇ ਜੋ ਘੋੜੇ ਖੋਲ ਕਰਕੇ ਤੇ ਜਿਸ ਸਮੇਂ ਨਿਕਲਣ ਲੱਗੇ, ਇਸ ਸਿੱਖ ਨੂੰ ਜਾਗ ਆਈ, ਯਾਦ ਆਇਆ ਕਿ ਮੈਂ ਬਾਣੀ ਸੰਪੂਰਨ ਨਹੀਂ ਕੀਤੀ। ਇਸ ਨੇ ਫਿਰ ਉਸੇ ਹੀ ਪ੍ਰਕਾਰ 5 ਇਸ਼ਨਾਨਾਂ ਕਰਕੇ ਰੱਖਿਆ ਦੇ ਸ਼ਬਦ ਅਤੇ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਕੇ ਅਰਦਾਸ ਕੀਤੀ ਤੇ ਫਿਰ ਇਹ ਬਿਰਾਜਿਆ। ਉਸ ਸਮੇਂ ਲੋਹੇ ਦਾ ਕੋਟ ਫਿਰ ਹੋ ਗਿਆ। ਇਹ ਚੋਰ ਜਿਹੜੇ ਅੰਦਰ ਸੀ, ਇਹ ਅੰਦਰ ਹੀ ਰਹਿ ਗਏ, ਇਹਨਾਂ ਕੋਲ ਬਾਹਰ ਨਾ ਨਿਕਲਿਆ ਗਿਆ।
ਸਵੇਰ ਸਮੇਂ ਜਦੋਂ ਸਿੱਖ ਨੇ ਉੱਠ ਕਰਕੇ ਇਸ਼ਨਾਨ ਕਰਕੇ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਨਾ ਇਸ ਨੂੰ, ਕਿ ਜਿਸ ਸਮੇਂ ਤੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ, ਉਸ ਸਮੇਂ ਇਹ ਕੋਟ ਖੁੱਲੇਗਾ, ਇਹ ਦੀਵਾਰਾਂ ਲੋਹੇ ਦੀਆਂ ਹਟ ਜਾਣਗੀਆਂ ਜਪਜੀ ਸਾਹਿਬ ਅੰਮ੍ਰਿਤ ਵੇਲੇ ਪੜ੍ਹਨ ਦੇ ਨਾਲ। ਇਸ ਨੇ ਫਿਰ ਜੋ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਪੜ੍ਹਨਾ ਕੀਤਾ, ਤੇ ਉਸ ਸਮੇਂ ਇਹ ਕੋਟ ਹਟ ਗਿਆ, ਤੇ ਇਹ ਫਿਰ ਜਿਹੜੇ ਚੋਰ ਸਨ ਇਹ ਬਾਹਰ ਨਿਕਲ ਗਏ। ਤੇ ਚੋਰਾਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਇਹ ਜੀਵ ਜਿਹੜਾ ਇਤਨਾ ਸ਼ਕਤੀਸ਼ਾਲੀ ਹੈ, ਇਸ ਕੋ ਜਿਹੜਾ ਮੰਤਰ ਹੈ ਕਿ ਇਹ ਮੰਤਰ ਪੜ੍ਹਦਾ ਹੈ, ਇਹ ਕੋਟ ਹੋ ਜਾਂਦਾ ਹੈ, ਇਹ ਹਟ ਜਾਂਦਾ ਹੈ, ਕੋਈ ਇਹਦੇ ਅੰਦਰ ਬਾਹਰ ਨਹੀਂ ਜਾ ਸਕਦਾ। ਕਿਉਂ ਨਾ ਹੋਵੇ ਵੀ ਆਪਾਂ ਵੀ ਇਸ ਤੋਂ ਇਹ ਮੰਤਰ ਪ੍ਰਾਪਤ ਕਰੀਏ। ਕੋਈ ਗੱਲ ਨਹੀਂ, ਜੇਕਰ ਸਾਨੂੰ ਇਹ ਫੜਾ ਵੀ ਦਿੰਦਾ ਹੈ, ਮੁਲਾਜ਼ਮਾਂ ਪਾਸ ਫੜਾ ਦੇਵੇ, ਸਾਨੂੰ ਕੋਈ ਇਹ ਸਜ਼ਾ ਦਵਾ ਦੇਵੇ, ਪਰ ਆਪਾਂ ਇਸ ਤੋਂ ਇਹ ਜ਼ਰੂਰ ਜਾਣਨਾ ਹੈ ਕਿ ਇਹ ਮੰਤਰ ਕਿਹੜਾ ਹੈ, ਕਿਹਦੇ ਨਾਲ ਇਹ ਜਿਹੜੀਆਂ ਕੋਟ ਦੀਵਾਰਾਂ ਹੋ ਜਾਂਦੀਆਂ ਹਨ, ਇਹ ਕਿਹਦੇ ਨਾਲ ਕਰਦਾ ਹੈ। ਇਹ ਚੋਰ ਇਕੱਠੇ ਹੋ ਕਰਕੇ ਉਸ ਦੇ ਪਾਸ ਚਲੇ ਗਏ ਸੋ ਜਿਹਦੇ ਘੋੜੇ ਇਹ ਚੋਰੀ ਕਰਦੇ ਸਨ ਬੜੇ ਲੰਮੇ ਸਮੇਂ ਤੋਂ, ਤੇ ਜਾ ਕਰਕੇ ਉਸ ਨੂੰ ਕਹਿਣ ਲੱਗੇ ਕਿ ਭਰਾਵਾ ਦੇਖ, ਅਸੀਂ ਤੇਰੇ ਘੋੜੇ ਚੋਰੀ ਕਰਦੇ ਆਏ ਹਾਂ ਹੁਣ ਤੱਕ, ਜੋ ਤੂੰ ਸਾਨੂੰ ਸਜ਼ਾ ਦੇਣੀ ਹੈ ਦੇ ਦੇਵੀਂ, ਪਰ ਸਾਨੂੰ ਇਹ ਬਚਨ ਦੱਸ ਦੇ ਕਿ ਕਿਹੜਾ ਸ਼ਬਦ ਹੈ ਤੇਰੇ ਕੋਲ, ਕਿਹੜਾ ਮੰਤਰ ਹੈ ਜਿਹਦੇ ਨਾਲ ਇਹ ਕੋਟ ਤੇਰੇ ਘਰ ਦੇ ਦਿਵਾਲੇ ਹੋ ਜਾਂਦਾ ਹੈ ਤੇ ਕੋਈ ਅੰਦਰ ਬਾਹਰ ਨਹੀਂ ਜਾ ਸਕਦਾ, ਤੇ ਕਿਹੜਾ ਮੰਤਰ ਪੜ੍ਹਦਾ ਹੈ ਕਿ ਇਹ ਕੋਟ ਹਟ ਜਾਂਦਾ ਹੈ। ਉਸ ਸਿੱਖ ਨੇ ਬਖਸ਼ਿਸ਼ ਕਰ ਦਿੱਤੀ ਉਹਨਾਂ ਨੂੰ ਕਿ ਇਹ ਜਿਹੜਾ ਸ਼ਬਦ ਹੈ, ਇਹ ਜਿਹੜਾ ਮੰਤਰ ਹੈ, ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਸ ਮੈਨੂੰ ਪ੍ਰਾਪਤ ਹੋਇਆ ਹੈ। ਤੇ ਚੋਰ ਕਹਿਣ ਲੱਗੇ ਫਿਰ ਸਾਡੇ ਤੇ ਵੀ ਦਇਆ ਕਰ, ਸਾਨੂੰ ਵੀ ਐਸੇ ਸਤਿਗੁਰਾਂ ਪਾਸ ਲਿਜਾ ਕਰਕੇ ਤੇ ਸਾਨੂੰ ਵੀ ਇਹ ਬਖਸ਼ਿਸ਼ ਪ੍ਰਾਪਤ ਕਰਵਾ। ਇਹ ਸਿੱਖ ਫਿਰ ਸਤਿਗੁਰਾਂ ਪਾਸ ਲੈ ਕੇ ਆਇਆ ਸੀ ਉਹਨਾਂ ਚੋਰਾਂ ਨੂੰ, ਤੇ ਸਤਿਗੁਰਾਂ ਪਾਸ ਆਣ ਕਰਕੇ ਫਿਰ ਇਹਨਾਂ ਨੇ ਸਿੱਖੀ ਪ੍ਰਾਪਤ ਕੀਤੀ ਸੀ, ਚੋਰੀ ਛੱਡੀ ਸੀ। ਤੇ ਕਿਉਂਕਿ ਜਿਹੜੇ ਚੋਰਾਂ ਦੇ ਯਾਰ ਵੀ ਚੋਰ ਹੁੰਦੇ ਹਨ, ਇਹ ਜਾਣਦੇ ਹੁੰਦੇ ਹਨ ਇੱਕ ਦੂਸਰਿਆਂ ਨੂੰ, ਤਾਂ ਇਹਨਾਂ ਨੇ ਇਸ ਪ੍ਰਕਾਰ ਦੂਜਿਆਂ ਨੂੰ ਵੀ ਦੂਸਰੇ ਚੋਰਾਂ ਦੀਆਂ ਵੀ ਚੋਰੀਆਂ ਛਡਾ ਕਰਕੇ ਤੇ ਗੁਰਸਿੱਖ ਬਣਵਾਇਆ ਸੀ। ਐਸੀ ਬਖਸ਼ਿਸ਼ ਹੋਈ ਸੀ ਇਹਨਾਂ ਤੇ। ਸੋ ਸਾਧ ਸੰਗਤ, ਐਸਾ ਮਹਾਤਮ ਹੈ ਸ੍ਰੀ ਸੋਹਿਲਾ ਸਾਹਿਬ ਗੁਰਬਾਣੀ ਪੜ੍ਹ ਕੇ ਬਰਾਜਣ ਦਾ ਕਿ ਕੋਈ ਮਾੜਾ ਫੁਰਨਾ ਲੈ ਕਰਕੇ ਤੁਹਾਡੇ ਘਰ ਦੇ ਅੰਦਰ ਰਾਤ ਸਮੇਂ ਦਾਖਲ ਨਹੀਂ ਹੋ ਸਕਦਾ, ਜੇਕਰ ਪੂਰੀ ਤੁਸੀਂ ਮਰਿਆਦਾ ਦੇ ਅਨੁਸਾਰ ਸੋਹਿਲਾ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਤੇ ਅਰਦਾਸ ਕਰਕੇ ਬਿਰਾਜੇ ਹੋ। ਇਸ ਹੀ ਪ੍ਰਕਾਰ ਕੋਈ ਮਾੜਾ ਫੁਰਨਾ, ਮਾੜਾ ਸੁਪਨਾ ਨਹੀਂ ਰਾਤ ਨੂੰ ਆਵੇਗਾ ਜੇਕਰ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਵੇ। ਅਥਵਾ ਜਿਹੜੇ 5 ਚੋਰ ਹਨ, ਕਾਮ, ਕ੍ਰੋਧ, ਲੋਭ, ਮੋਹ, 5 ਚੋਰ ਜਿਹੜਾ ਆਤਮਿਕ ਖਜ਼ਾਨਾ, ਜਿਹੜਾ ਨਾਮ ਦਾ ਖਜ਼ਾਨਾ ਧਨ ਨੂੰ ਲੁੱਟ ਰਹੇ ਹਨ ਦਿਨ ਬਦਿਨ, ਇਹ ਵੀ ਦਾਖਲ ਨਹੀਂ ਹੋਣਗੇ ਤੁਹਾਡੇ ਸਰੀਰ ਦੇ ਅੰਦਰ। ਇਹਨਾਂ ਤੋਂ ਵੀ ਇਹ ਜਿਹੜੀ ਸੋਹਿਲਾ ਸਾਹਿਬ ਦੀ ਪਵਿੱਤਰ ਬਾਣੀ ਹੈ ਇਹ ਬਚਾਉਂਦੀ ਹੈ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਦੂਸਰੀ ਉਥਾਨਕਾ ਜਿਹੜੀ ਇਸ ਸੋਹਿਲਾ ਸਾਹਿਬ ਪਵਿੱਤਰ ਗੁਰਬਾਣੀ ਦੀ, ਕਿ ਜਿਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੀ ਹੀ ਸ੍ਰਿਸ਼ਟੀ ਨੂੰ, ਜਗਤ ਨੂੰ ਤਾਰਦੇ ਹੋਏ, ਤਾਰਨ ਤੋਂ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜ ਰਹੇ ਸਨ, ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੋ ਭਾਈ ਲਹਿਣਾ ਜੀ ਦੇ ਸਰੂਪ ਅੰਦਰ ਸਤਿਗੁਰਾਂ ਦੀ ਸੇਵਾ ਕਰ ਰਹੇ ਸਨ। ਇੱਕ ਦਿਨ ਜੋ ਸਤਿਗੁਰੂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਿਰਾਜ ਰਹੇ ਸਨ ਅਤੇ ਭਾਈ ਲਹਿਣਾ ਜੀ ਜੋ ਉਹਨਾਂ ਦੀ ਮੁੱਠੀ ਚਾਪੀ ਕਰ ਰਹੇ ਸਨ, ਲੱਤਾਂ ਸਰੀਰ ਘੁੱਟ ਰਹੇ ਸਨ। ਉਸ ਸਮੇਂ ਭਾਈ ਲਹਿਣਾ ਜੀ ਨੇ ਕੀ ਵੇਖਿਆ ਕਿ ਸਤਿਗੁਰਾਂ ਦੀਆਂ ਲੱਤਾਂ ਦੀਆਂ ਪਿੰਜਣੀਆਂ ਉੱਪਰ ਜੋ ਜਿਸ ਪ੍ਰਕਾਰ ਕੰਡਿਆਂ ਦੀਆਂ ਝਰੀਟਾਂ ਵੱਜੀਆਂ ਹੁੰਦੀਆਂ ਹਨ, ਉਵੇਂ ਝਰੀਟਾਂ ਵੱਜੀਆਂ ਹਨ ਅਤੇ ਪੈਰਾਂ ਵਿੱਚੋਂ ਖੂਨ ਰਿਸ ਰਿਹਾ ਹੈ। ਪਿੰਜਣੀਆਂ ਦੇ ਵਿੱਚੋਂ, ਲੱਤਾਂ ਦੇ ਵਿੱਚੋਂ, ਝਰੀਟਾਂ ਦੇ ਵਿੱਚੋਂ ਖੂਨ ਰਿਸ ਰਿਹਾ ਹੈ ਸਤਿਗੁਰਾਂ ਦੇ। ਤੇ ਭਾਈ ਲਹਿਣਾ ਜੀ ਨੇ ਮਨ ਅੰਦਰ ਵਿਚਾਰ ਕੀਤੀ ਕਿ ਸਤਿਗੁਰੂ ਤਾਂ ਕਿਤੇ ਬਾਹਰ ਗਏ ਵੀ ਨਹੀਂ, ਕਿੰਨੇ ਦਿਨ ਹੋ ਗਏ ਇੱਥੇ ਹੀ ਹਨ, ਤਾਂ ਇਹ ਝਰੀਟਾਂ ਤੇ ਇਹ ਖੂਨ ਕਿਸ ਕਾਰਨ ਕਰਕੇ ਰਿਸ ਰਿਹਾ ਹੈ। ਇਹ ਭਾਈ ਲਹਿਣਾ ਜੀ ਨੇ ਫਿਰ ਉਸ ਸਮੇਂ ਸਤਿਗੁਰਾਂ ਪਾਸ ਬੇਨਤੀ ਕਰਕੇ ਪੁੱਛਿਆ ਸੀ ਕਿ ਸਤਿਗੁਰੂ ਇਸ ਦਾ ਕੀ ਕਾਰਨ ਹੈ, ਇਹ ਕੀ ਕੌਤਕ ਹੈ, ਸਾਨੂੰ ਦੱਸਣਾ ਕਰੋ। ਉਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ ਸੀ ਕਿ ਜਾਓ ਫਲਾਣੀ ਜਗ੍ਹਾ ਦੇ ਉੱਪਰ ਇੱਕ ਸਾਡਾ ਸਿੱਖ ਹੈ, ਉਹ ਆਪਣੇ ਡੰਗਰ ਚਾਰ ਰਿਹਾ ਹੈ, ਉਸ ਨੂੰ ਬੁਲਾ ਕਰਕੇ ਲਿਆਓ ਸਾਡੇ ਕੋਲ ਅਤੇ ਫਿਰ ਅਸੀਂ ਦੱਸਾਂਗੇ ਵੀ ਇਹ ਕੀ ਕਾਰਨ ਹੈ ਇਸ ਦਾ। ਤੇ ਜਿਸ ਸਮੇਂ ਉਸ ਨੂੰ ਬੁਲਾ ਕਰਕੇ ਤੇ ਸਤਿਗੁਰਾਂ ਪਾਸ ਲਿਆਂਦਾ ਤੇ ਸਤਿਗੁਰਾਂ ਨੇ ਫਿਰ ਦੱਸਣਾ ਕੀਤਾ ਕਿ ਤੂੰ ਭਾਈ ਜਿਸ ਸਮੇਂ ਗੁਰਬਾਣੀ ਪੜ੍ਹਦਾ ਹੈ ਨਾ, ਇਹ ਜਿਹੜਾ ਸਿੱਖ ਸੀ, ਸਤਿਗੁਰੂ ਕਹਿਣ ਲੱਗੇ ਕਿ ਇਹ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਇਹ
ਡੰਗਰ ਚਾਰਦਾ ਹੋਇਆ ਤੁਰਿਆ ਜਾਂਦਾ ਹੀ ਪੜ੍ਹੀ ਜਾਂਦਾ ਸੀ ਤੇ ਗੁਰਬਾਣੀ ਇਹ ਬੜੇ ਪ੍ਰੇਮ ਦੇ ਨਾਲ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹ ਰਿਹਾ ਸੀ। ਸਤਿਗੁਰੂ ਕਹਿੰਦੇ ਕਿ ਮੈਂ ਇਹਦੇ ਨਾਲ ਹੀ ਤੁਰਿਆ ਜਾ ਰਿਹਾ ਸਾਂ। ਇਸ ਦੀ ਗੁਰਬਾਣੀ ਦਾ ਪ੍ਰੇਮ ਅਤੇ ਸੋਹਿਲਾ ਸਾਹਿਬ ਜੀ ਦੀ ਬਾਣੀ 'ਚ ਇਸ ਦਾ ਚਿੱਤ ਸੀ ਕਿ ਮੈਂ ਇਸ ਦੇ ਨਾਲ ਹੀ ਤੁਰਿਆ ਜਾ ਰਿਹਾ ਸਾਂ, ਇਸ ਦੀ ਗੁਰਬਾਣੀ ਸੁਣ ਰਿਹਾ ਸਾਂ ਅਤੇ ਜੋ ਇਹਨਾਂ ਕੰਡਿਆਂ ਤੋਂ ਮੈਂ ਇਸ ਨੂੰ ਬਚਾ ਰਿਹਾ ਸਾਂ ਕਿਉਂਕਿ ਇਹ ਗੁਰਬਾਣੀ ਪੜ੍ਹ ਰਿਹਾ ਸੀ। ਤੇ ਸਤਿਗੁਰੂ ਫਿਰ ਸਿੱਖ ਨੂੰ ਤਕਲੀਫ ਨਹੀਂ ਨਾ ਹੋਣ ਦਿੰਦੇ। ਇਸ ਪ੍ਰਕਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਇਹ ਕਾਰਨ ਹੈ ਜੋ ਸਾਡੀਆਂ ਲੱਤਾਂ ਦੇ ਉੱਪਰ ਇਹ ਕੰਡਿਆਂ ਦੀਆਂ ਝਰੀਟਾਂ, ਅਸੀਂ ਇਹਨੂੰ ਬਚਾਉਂਦਿਆਂ ਹੋਇਆਂ ਸਾਡੇ ਸਰੀਰ ਉੱਪਰ ਇਹ ਕੰਡਿਆਂ ਦੀਆਂ ਝਰੀਟਾਂ ਆਈਆਂ ਸੀ। ਇਹ ਜੋ ਸੋਹਿਲਾ ਸਾਹਿਬ ਦੀ ਬਾਣੀ ਫਿਰ ਸਤਿਗੁਰਾਂ ਨੇ ਉੱਥੇ ਫਰਮਾਇਆ ਕਿ ਇਹ ਜਿਹੜਾ ਸਿੱਖ ਸੀ ਨਾ ਡੰਗਰ ਚਰਾ ਰਿਹਾ, ਉਸ ਨੂੰ ਕਿਹਾ ਕਿ ਇਹ ਜੋ ਪਵਿੱਤਰ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਹੈ ਇਹ ਤੁਰੇ ਫਿਰਦਿਆਂ ਨਹੀਂ ਪੜ੍ਹਨੀ, ਇਹ ਕੇਵਲ ਬਿਰਾਜਣ ਵੇਲੇ ਸੌਣ ਵੇਲੇ ਹੀ ਪੜ੍ਹਨੀ ਹੈ। ਕਿਉਂਕਿ ਜਿਸ ਸਮੇਂ ਇਹ ਗੁਰਬਾਣੀ ਪੜ੍ਹ ਲੈਂਦੇ ਹਨ ਫਿਰ ਸਤਿਗੁਰਾਂ ਦੀ ਰੱਖ ਹੋ ਜਾਂਦੀ ਹੈ ਆਪਣੇ ਆਲੇ ਦੁਆਲੇ, ਸਤਿਗੁਰੂ ਆਪਣੇ ਪਾਸ ਹੋ ਜਾਂਦੇ ਹਨ ਤੇ ਸਤਿਗੁਰੂ ਆਪਣੀ ਰੱਖਿਆ ਕਰਦੇ ਹਨ। ਇਹ ਮਹਾਤਮ ਸਤਿਗੁਰਾਂ ਨੇ ਇਸ ਪਵਿੱਤਰ ਸੋਹਿਲਾ ਸਾਹਿਬ ਗੁਰਬਾਣੀ ਦਾ ਬਖਸ਼ਿਸ਼ ਕੀਤਾ ਹੈ। ਸੋ ਇਹ ਪਵਿੱਤਰ ਗੁਰਬਾਣੀ ਗੌੜੀ ਰਾਗਣੀ ਦੇ ਅੰਦਰ ਦੀਪਕੀ ਜਾਤੀ ਹੈ ਰਾਗ ਦੀ, ਉਸ ਦੇ ਅੰਦਰ ਆ ਰਹੀ ਹੈ। ਆਪਾਂ ਸਰਵਣ ਕਰੀਏ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਸੋਹਿਲਾ ਇਸ ਪਵਿੱਤਰ ਗੁਰਬਾਣੀ ਦਾ ਸਿਰਲੇਖ ਜੋ ਨਾਮ ਹੈ ਸੋਹਿਲਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਇਸ ਤੋਂ ਭਾਵ ਕਿ ਜਸ ਗਾਉਣਾ, ਕਿਸੇ ਦੇ ਸੋਹਿਲੇ ਗਾਉਣੇ ਅਥਵਾ ਜੋ ਸੋਹਿਲਾ ਆਨੰਦ ਹੈ, ਇਹ ਸਤਿਗੁਰਾਂ ਨੇ ਪਰਮੇਸ਼ਰ ਦਾ ਇੱਥੇ ਇਹਦੇ ਅੰਦਰ ਆਨੰਦ ਬਖਸ਼ਿਸ਼ ਕੀਤਾ। ਇਹ ਸੋਹਿਲਾ ਜੋ ਪਰਮੇਸ਼ਰ ਦੇ ਸਤਿਗੁਰਾਂ ਨੇ ਸੋਹਿਲੇ ਗਾਏ ਇਸ ਸ਼ਬਦ ਦੇ ਅੰਦਰ, ਅਥਵਾ ਐਸੇ ਜੋ ਸੋਹਿਲੇ ਪਰਮੇਸ਼ਰ ਦਾ ਜਸ ਗਾਉਣਾ ਜਿਸ ਦੇ ਨਾਲ ਆਨੰਦ ਪ੍ਰਾਪਤ ਹੋਵੇ ਉਸ ਪਰਮੇਸ਼ਰ ਦਾ, ਐਸੀ ਜੋ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਹੈ। ਰਾਗ ਗੌੜੀ ਦੀਪਕੀ, ਗੌੜੀ ਰਾਗਣੀ ਦੇ ਅੰਦਰ ਜਿਹੜੀ ਦੀਪਕੀ ਜਾਤੀ ਹੈ ਇਸ ਰਾਗਣੀ ਦੀ, ਉਸ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਥਵਾ ਰਾਗ ਗੌੜੀ ਦੀਪਕੀ, ਸੋਹਿਲਾ ਰਾਗ ਗੌੜੀ ਜਿਹੜਾ ਹੀ ਇਹ ਪਵਿੱਤਰ ਬਾਣੀ ਸੋਹਿਲਾ ਸਾਹਿਬ ਗੌੜੀ ਰਾਗ ਦੇ ਅੰਦਰ ਹੈ। ਦੀਪਕੀ, ਦੀਪ ਜਿਹੜਾ ਦੀਵਾ ਹੈ ਕਿ ਉਸ ਦਾ ਪ੍ਰਕਾਸ਼, ਜੋ ਇਹ ਗੁਰਬਾਣੀ ਹੈ ਆਤਮਿਕ ਪ੍ਰਕਾਸ਼ ਕਰਨ ਵਾਲੀ ਹੈ ਹਿਰਦੇ ਦੇ ਅੰਦਰ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਮਹੱਲਾ ਪਹਿਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਇਸ ਪਵਿੱਤਰ ਗੁਰਬਾਣੀ ਨੂੰ ਉਚਾਰਿਆ ਕਿਉਂਕਿ ਸਾਧ ਸੰਗਤ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਇਸ ਪਵਿੱਤਰ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਦੋ ਸ਼ਬਦ ਜਿਹੜੇ ਚੌਥੇ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਤੇ ਆਪਣਾ ਜੋ ਇੱਕ ਸ਼ਬਦ ਸੀ, ਇਹ ਦੋ ਸ਼ਬਦ ਵਿੱਚ ਜੋੜ ਕਰਕੇ ਤੇ ਕੁੱਲ 5 ਸ਼ਬਦ ਹੋ ਗਏ। ਇਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮੇਂ ਇਹ ਜੋ 3 ਸ਼ਬਦ ਹੀ ਸਨ ਸੋਹਿਲਾ ਸਾਹਿਬ ਜੀ ਦੇ ਅੰਦਰ ਜੋ ਗੁਰਸਿੱਖ ਪੜ੍ਹਿਆ ਕਰਦੇ ਸਨ, ਅਤੇ ਹੁਣ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰਕੇ ਤੇ ਕੁੱਲ 5 ਸ਼ਬਦ ਇਸ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਅੰਦਰ ਦਰਜ ਕੀਤੇ ਹਨ। ਇਹ ਜੋ ਪਹਿਲਾ ਸ਼ਬਦ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆ ਰਿਹਾ ਹੈ। ਇੱਕ ਓੰਕਾਰ, ਜੋ ਇੱਕ ਪਰਮੇਸ਼ਰ ਹੈ, ਅਦਵੈਤ ਸਰੂਪ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਅਤੇ ਓੰਕਾਰ ਉਚਾਰਨੇ ਮਾਤਰ ਹੀ ਰੱਖਿਆ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ, ਸਤ ਜੋ ਪਰਮੇਸ਼ਰ ਤ੍ਰੈ ਕਾਲ ਸਤ ਹੈ, ਸਦਾ ਹੀ ਉਹ ਹੈ, ਉਹ ਕਦੇ ਵੀ ਨਾਸ ਨਹੀਂ ਹੋਵੇਗਾ ਐਸਾ ਉਹ ਸਤ। ਅਤੇ ਗੁਰ ਜੋ ਚੇਤਨ ਸਰੂਪ ਪਰਮੇਸ਼ਰ ਹੈ। ਪ੍ਰਸਾਦ ਜੋ ਆਨੰਦ ਸਰੂਪ ਹੈ। ਅਥਵਾ ਇੱਕ ਓੰਕਾਰ ਜੋ ਪਰਮੇਸ਼ਰ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਪ੍ਰਸਾਦ ਕਿਰਪਾ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜੈ ਘਰ ਕੀਰਤ ਆਖੀਐ। ਜੈ ਘਰ, ਇਸ ਸਮੇਂ ਸਤਿਗੁਰਾਂ ਨੇ ਸਿੱਖਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਇਹ ਜੋ ਪਵਿੱਤਰ ਗੁਰਬਾਣੀ ਹੈ, ਜਿਹੜਾ ਸੋਹਿਲਾ ਹੈ ਗਾਉਣਾ, ਇਹ ਕਿਹੜੇ ਅਸਥਾਨ ਤੇ ਅਤੇ ਕਿਹੜੇ ਘਰ ਦੇ ਅੰਦਰ ਇਹ ਗਾਉਣਾ ਚਾਹੀਦਾ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੈ ਘਰ ਕੀਰਤ ਆਖੀਐ। ਸਤਿਗੁਰੂ ਕਹਿੰਦੇ ਬਖਸ਼ਿਸ਼ ਕਰਦੇ ਹਨ ਕਿ ਜੈ ਘਰ, ਜਿਹੜੇ ਘਰ ਦੇ ਅੰਦਰ ਕੀਰਤ ਆਖੀ ਹੈ, ਪਰਮੇਸ਼ਰ ਦੀ ਕੀਰਤੀ ਆਖੀ ਜਾਂਦੀ ਹੈ, ਭਾਵ ਪਰਮੇਸ਼ਰ ਦਾ ਹਰ ਜਸ ਕੀਰਤਨ ਹੁੰਦਾ ਹੈ ਜਿਹੜੇ ਘਰ ਦੇ ਅੰਦਰ, ਉੱਥੇ ਇਹ ਸੋਹਿਲਾ ਸਾਹਿਬ ਗਾਉਣਾ ਹੈ। ਕੀਰਤਨ ਕਿਹੜੇ ਘਰ ਦੇ ਅੰਦਰ ਹੁੰਦਾ ਹੈ? ਸਾਧ ਸੰਗਤ ਜੋ ਸਤ ਸੰਗਤ ਹੈ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਜੋ ਸੰਗਤ ਹੁੰਦੀ ਹੈ, ਉੱਥੇ ਕੀਰਤ ਆਖੀ ਹੈ, ਉੱਥੇ ਕੀਰਤਨ ਆਖਿਆ ਜਾਂਦਾ ਹੈ। ਉਹ ਹੈ ਘਰ ਪਰਮੇਸ਼ਰ ਦਾ। ਜੈ ਘਰ, ਜੈ ਘਰ ਭਾਵ ਉਸ ਪਰਮੇਸ਼ਰ ਦੇ ਘਰ ਦੇ ਅੰਦਰ ਇਹ ਕੀਰਤਨ ਕਰਨਾ ਚਾਹੀਦਾ ਹੈ। ਪਰਮੇਸ਼ਰ ਦਾ ਘਰ ਕਿਹੜਾ ਹੈ?
ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸੰਗਤ ਜੋ ਪਰਮੇਸ਼ਰ ਦਾ ਘਰ ਹੈ, ਇੱਥੇ ਕੀਰਤਨ ਹੁੰਦਾ ਹੈ ਪਰਮੇਸ਼ਰ ਦਾ, ਤੇ ਸਤਿਗੁਰ ਬਖਸ਼ਿਸ਼ ਕਰਦੇ ਕਿ ਇੱਥੇ ਫਿਰ ਇਹ ਸੋਹਿਲਾ ਸਾਹਿਬ ਦੀ ਬਾਣੀ ਜਿਹੜੀ ਅਤੇ ਪਰਮੇਸ਼ਰ ਦੇ ਸੋਹਿਲੇ ਇੱਥੇ ਗਾਉਣੇ ਚਾਹੀਦੇ ਹਨ। ਕਰਤੇ ਕਾ ਹੋਏ ਵਿਚਾਰੋ, ਕਰਤੇ ਕਾ ਪਰਮੇਸ਼ਰ ਜਿਹੜਾ ਕਰਨ ਵਾਲਾ ਹੈ ਸਾਰਿਆਂ ਨੂੰ, ਉਸ ਦਾ ਵਿਚਾਰੋ, ਜਿਹੜਾ ਵਿਚਾਰ ਕਰਨਾ, ਉਸ ਦੀ ਕਥਾ ਵਿਚਾਰ ਕਰਨੀ। ਜਿੱਥੇ ਇਹ ਕਥਾ ਹੁੰਦੀ ਹੈ ਉੱਥੇ ਫਿਰ ਸਤਿਗੁਰੂ ਕਹਿੰਦੇ ਇਹ ਸੋਹਿਲਾ ਸਾਹਿਬ ਗਾਉਣਾ ਹੈ। ਜੈ ਘਰ ਕੀਰਤ ਆਖੀਐ, ਜਿੱਥੇ ਕੀਰਤਨ ਹੁੰਦਾ ਹੈ ਗੁਰਦੁਆਰਾ ਸਾਹਿਬ ਅੰਦਰ, ਸਤ ਸੰਗਤ ਅੰਦਰ, ਅਤੇ ਵਿਚਾਰੋ, ਜਿੱਥੇ ਵਿਚਾਰ ਕਥਾ ਹੁੰਦੀ ਹੈ ਉਸ ਪਰਮੇਸ਼ਰ ਦੇ ਗੁਣਾਂ ਦੀ, ਉੱਥੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਤਿਤ ਘਰ ਗਾਵੋ ਸੋਹਿਲਾ, ਘਰ, ਉਸ ਘਰ ਦੇ ਅੰਦਰ ਜਿਹੜਾ ਸਤ ਸੰਗਤ ਰੂਪੀ ਘਰ ਹੈ, ਜਿੱਥੇ ਕੀਰਤਨ ਹੁੰਦਾ ਹੈ, ਜਿੱਥੇ ਵਿਚਾਰੋ ਕਥਾ ਹੁੰਦੀ ਹੈ ਪਰਮੇਸ਼ਰ ਦੀ, ਤਿਤ ਘਰ, ਉਸ ਸਤ ਸੰਗਤ ਘਰ ਦੇ ਅੰਦਰ ਗਾਵੋ ਸੋਹਿਲਾ, ਇਹ ਜੋ ਪਰਮੇਸ਼ਰ ਦੇ ਸੋਹਿਲੇ ਗਾਉਣੇ ਹਨ ਨਾ, ਅਤੇ ਇਹ ਜੋ ਸੋਹਿਲਾ ਸਾਹਿਬ ਗੁਰਬਾਣੀ ਹੈ ਗਾਵੋ, ਉੱਥੇ ਇਸ ਨੂੰ ਗਾਉਣਾ ਚਾਹੀਦਾ ਹੈ। ਸਿਵ ਰਹਿਓ ਸਿਰਜਣਹਾਰੋ, ਅਤੇ ਇਹ ਜੋ ਸੋਹਿਲੇ ਕੀਰਤਨ ਕਰਕੇ ਕਥਾ ਕਰਕੇ ਅਤੇ ਸੋਹਿਲਾ ਪੜ੍ਹ ਕੇ ਤੇ ਸੌ ਨਹੀਂ ਜਾਣਾ। ਸਤਿਗੁਰੂ ਕਹਿੰਦੇ ਸਿਵ ਰਹਿਓ ਸਿਰਜਣਹਾਰੋ, ਜਿਹੜਾ ਸਿਰਜਣਹਾਰ ਪਰਮੇਸ਼ਰ ਹੈ ਨਾ, ਸਾਰਿਆਂ ਨੂੰ ਸਿਰਜ ਦੇਣ ਵਾਲਾ, ਸਿਵ ਰਹਿਓ, ਉਸ ਨੂੰ ਫਿਰ ਉਸ ਦਾ ਸਿਮਰਨ ਵੀ ਕਰੋ, ਉਸ ਨੂੰ ਹਰ ਵਕਤ ਚੇਤੇ ਵੀ ਰੱਖੋ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਸਤਿਗੁਰੂ ਜੀ, ਤੇ ਜੇਕਰ ਕੀਰਤਨ ਕਰਕੇ ਫਿਰ ਕਥਾ ਵਿਚਾਰ ਸੁਣ ਕੇ ਪੜ੍ਹ ਕਰਕੇ ਅਤੇ ਉਸ ਤੋਂ ਉਪਰੰਤ ਸੋਹਿਲਾ ਪੜ੍ਹ ਕੇ ਵੀ ਗਾ ਕਰਕੇ, ਅਤੇ ਤੁਸੀਂ ਆਖਿਆ ਕਿ ਸਿਵ ਰਹਿਓ ਸਿਰਜਣਹਾਰੋ, ਉਸ ਨੂੰ ਫਿਰ ਸਿਮਰਨਾ ਵੀ ਹੈ। ਸਿਮਰ ਕੇ ਵੀ ਜੇਕਰ ਸਰੀਰ ਥੱਕ ਜਾਵੇ, ਜੇਕਰ ਮਨ ਅੱਕ ਜਾਵੇ, ਤਾਂ ਫਿਰ ਕੀ ਕਰਨਾ ਚਾਹੀਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਫਿਰ ਸਤਿਗੁਰੂ ਬਖਸ਼ਿਸ਼ ਕਹਿੰਦੇ ਕਿ ਫਿਰ ਉਸ ਪਰਮੇਸ਼ਰ ਦਾ ਸੋਹਿਲਾ ਕੀਰਤਨ, ਜਿਹੜੀ ਕੀਰਤੀ ਕਰਨੀ ਹੈ, ਉਸ ਨੂੰ ਫਿਰ ਗਾਉਣਾ ਕਰੋ। ਇਸ ਪ੍ਰਕਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕੀਰਤਨ, ਕਥਾ ਅਤੇ ਜੋ ਭਗਤੀ ਹੈ ਸਤਿਗੁਰਾਂ ਦੀ ਕਰਨੀ, ਇਹ ਸਿੱਖ ਨੂੰ ਸਤਿਗੁਰਾਂ ਨੇ ਇੱਕ ਕਾਰਜ ਬਖਸ਼ਿਸ਼ ਕਰ ਦਿੱਤੇ ਹਨ ਕਿ ਇਹੀ ਕਾਰਜ ਇਸ ਗੁਰਸਿੱਖ ਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਕਿ ਨਾਦੰ ਜਿਹੜਾ ਗੁਰਸਿੱਖ ਹੈ, ਗੁਰਮੁਖ ਹੈ, ਉਸਨੇ ਨਾਦੰ ਕੀਰਤਨ ਕਰਨਾ ਹੈ, ਪਰਮੇਸ਼ਰ ਦੀ ਕੀਰਤੀ ਨਾਦਾਂ ਦੇ ਅੰਦਰ ਦੁਆਰਾ, ਰਾਗਾਂ ਦੁਆਰਾ ਗਾਇਨ ਕਰਨੀ ਹੈ। ਗੁਰਮੁਖ ਵੇਦੰ ਜੋ ਕੀਰਤੀ ਕਰਨੀ ਹੈ ਗੁਰਸਿੱਖ ਨੇ, ਵੇਦਾਂ ਦੇ ਵੇਦਨ ਭਾਵ ਗਿਆਨ ਦੀ ਵਿਚਾਰ ਕਰਨੇ ਹੈ, ਉਸ ਪਰਮੇਸ਼ਰ ਦੀ ਗਿਆਨ ਦੁਆਰਾ ਜੋ ਕਥਾ ਕਰਨੀ ਹੈ। ਅਤੇ ਗੁਰਮੁਖ ਰਹਿਆ ਸਮਾਈ, ਕਿ ਰਹਿਆ ਸਮਾਈ ਉਸ ਦੇ ਵਿੱਚ ਸਮਾ ਜਾਣਾ ਹੈ। ਤੀਸਰਾ ਜੋ ਭਗਤੀ ਕਰਨੀ ਹੈ, ਪਰਮੇਸ਼ਰ ਦੀ ਲਿਵ ਲਾਉਣੀ ਹੈ। ਇਹ ਤਿੰਨ ਕਾਰਜ ਹਨ ਸਤਿਗੁਰਾਂ ਨੇ ਇਹ ਸਿੱਖ ਨੂੰ ਬਖਸ਼ਿਸ਼ ਕੀਤੇ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਜਿਹੜਾ ਨਿਰਭਉ ਹੈ ਨਾ, ਮੇਰਾ ਨਿਰਭਉ ਜਿਹੜਾ ਪਰਮੇਸ਼ਰ ਹੈ, ਉਸ ਦੇ ਤੁਸੀਂ ਸੋਹਿਲੇ ਹਰ ਜਸ ਗਾਉਣਾ ਕਰੋ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਸਤਿਗੁਰ ਬਖਸ਼ਿਸ਼ ਕਰਦੇ, ਉਹਨੂੰ ਗਾਵੋ, ਉਸ ਦੀ ਕੀਰਤੀ ਨੂੰ ਗਾਉਣਾ ਕਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਤੁਮ ਗਾਵੋ ਮੇਰੇ ਨਿਰਭਉ ਕਾ, ਨਿਰਭਉ ਪਰਮੇਸ਼ਰ ਦਾ, ਗਾਵੋ ਸੁਣੋ, ਫਿਰ ਉਸ ਨੂੰ ਸੁਣੋ ਵੀ, ਕੱਲਾ ਗਾਉਣਾ ਹੀ ਨਹੀਂ, ਸੁਣਨਾ ਵੀ, ਅਤੇ ਪੜ੍ਹੋ ਨਿਤ ਭਾਈ, ਉਸ ਦੀ ਵਿਚਾਰ ਨੂੰ ਪੜ੍ਹਨਾ ਕਰਨਾ ਹੈ। ਪੜ੍ਹੋ ਅਥਵਾ ਜਿਹੜੀ ਗੁਰਬਾਣੀ ਨੂੰ ਪੜ੍ਹਨਾ ਹੈ ਨਿਤ, ਹਮੇਸ਼ਾ ਹੀ। ਗੁਰ ਪੂਰੈ ਤੂੰ ਰਾਖਿਆ, ਫਿਰ ਉਹ ਪਰਮੇਸ਼ਰ ਰੱਖਿਆ ਕਰਦਾ ਹੈ ਹਰ ਪ੍ਰਕਾਰ ਦੇ ਨਾਲ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਤੁਸੀਂ ਗਾਉਣਾ ਕਰੋ ਹਰ ਸਮੇਂ ਹਰ ਵਕਤ, ਕੀਰਤਨ ਰੂਪ ਅੰਦਰ, ਕਥਾ ਰੂਪ ਅੰਦਰ, ਅਤੇ ਸੋਹਿਲੇ ਜਸ ਗਾਉਣ ਦੇ ਅੰਦਰ, ਸਿਮਰਨ ਦੇ ਦੁਆਰਾ। ਤੁਮ ਗਾਵੋ, ਤੁਸੀਂ ਹਰ ਸਮੇਂ ਪਰਮੇਸ਼ਰ ਦਾ ਸੋਹਿਲਾ ਜਿਹੜਾ ਸਿਫਤ ਹੈ ਉਹਨੂੰ ਗਾਉਣਾ ਕਰੋ। ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ, ਹਉ ਵਾਰੀ, ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਹਉ ਵਾਰੀ ਮੈਂ ਬਲਿਹਾਰਣੇ ਜਾਂਦਾ ਹਾਂ, ਜਿਤ ਸੋਹਿਲੇ ਸਦਾ ਸੁਖ ਹੋਏ। ਜਿਹੜਾ ਸੋਹਿਲਾ ਪਰਮੇਸ਼ਰ ਦੇ ਸੋਹਿਲੇ ਗਾਉਣ ਦੇ ਨਾਲ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ ਸਦਾ ਸੁਖ ਹੋਏ, ਜਿਸ ਦੇ ਨਾਲ ਇਹ ਸਦਾ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਐਸੇ ਪਰਮੇਸ਼ਰ ਦੇ ਸੋਹਿਲੇ ਤੋਂ, ਐਸੇ ਪਰਮੇਸ਼ਰ ਦੇ ਜਸ ਤੋਂ ਹਉ ਵਾਰੀ ਬਲਿਹਾਰਣੇ ਜਾਂਦੇ ਹਾਂ, ਐਸੇ ਪਰਮੇਸ਼ਰ ਤੋਂ ਜਿਸ ਦੇ ਸੋਹਿਲੇ ਗਾਉਣ ਦੇ ਨਾਲ ਸਦਾ ਸੁਖ ਹੋਏ।
ਹਮੇਸ਼ਾ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਕਲਯੁਗ ਦੇ, ਕਲੀ ਦੇ ਅਤੇ ਇਸ ਸੰਸਾਰ ਦੇ ਜਿਹੜੇ ਕਲੇਸ਼ ਹਨ ਕਿਵੇਂ ਮਿਟਣਗੇ, ਸੁਖ ਆਨੰਦ ਦੀ ਪ੍ਰਾਪਤੀ ਕਿਵੇਂ ਹੋਊਗੀ? ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਸ ਨੂੰ ਸਿਮਰਨ ਦੇ ਨਾਲ, ਬਾਰ-ਬਾਰ ਸਿਮਰਨ ਦੇ ਨਾਲ ਇਹ ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ। ਹਉ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ। ਇਹ ਜੋ ਸਦਾ ਸਦੀਵੀ ਸੁਖ ਹੈ ਨਾ ਪ੍ਰਾਪਤ ਕਰਨਾ, ਇਹ ਪਰਮੇਸ਼ਰ ਦੇ ਸੋਹਲੇ ਗਾਉਣ ਦੇ ਨਾਲ ਹੀ ਪ੍ਰਾਪਤ ਹੋਵੇਗਾ। ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਸੀ ਨਾ ਆਪਣੇ ਸਿੱਖਾਂ ਦੇ ਉੱਪਰ। ਜਿਸ ਸਮੇਂ ਭਾਈ ਮਣੀ ਸਿੰਘ ਜੀ ਦੇ ਬੰਦ ਕੱਟੇ ਗਏ ਸਨ, ਭਾਈ ਮਤੀ ਦਾਸ ਜੀ ਨੂੰ ਆਰਿਆਂ ਦੇ ਨਾਲ ਚੀਰ ਦਿੱਤਾ ਗਿਆ ਸੀ, ਪਰ ਇਹ ਜਿਹੜਾ ਸੁਖ ਆਨੰਦ ਹੈ ਨਾ ਜਿਹੜਾ ਪ੍ਰਾਪਤ ਹੋ ਗਿਆ ਪਰਮੇਸ਼ਰ ਦੇ ਸੋਹਲੇ ਗਾਉਣ ਦੇ ਨਾਲ, ਜਿਤ ਸੋਹਿਲੈ ਸਦਾ ਸੁਖ ਹੋਏ, ਇਹ ਫਿਰ ਉਹਨਾਂ ਦਾ ਸਦਾ ਸਦੀਵੀ ਸੁਖ ਉਹਨਾਂ ਨੂੰ ਮਿਲ ਗਿਆ। ਤੇ ਇਹ ਬੰਦ ਕੱਟਣ ਨਾਲ, ਆਰਿਆਂ ਦੇ ਕੱਟਣ ਨਾਲ ਵੀ ਇਹ ਆਨੰਦ ਕਦੀ ਰਤੀ ਮਾਤਰ ਵੀ ਉਹਨਾਂ ਦਾ ਆਨੰਦ ਨਹੀਂ ਘਟਿਆ। ਜਿਸ ਸਮੇਂ ਭਾਈ ਸ਼ਾਬਾਸ਼ ਸਿੰਘ ਤੇ ਭਾਈ ਸ਼ਬੇਗ ਸਿੰਘ ਜੀ ਨੂੰ ਚਰਖੜੀ ਉੱਪਰ ਚਾੜ ਕਰਕੇ ਸ਼ਹੀਦ ਕਰਨ ਲੱਗੇ ਸੀ ਨਾ, ਚਰਖੜੀ ਉੱਪਰ ਚਾੜ ਕਰਕੇ, ਤੇ ਭਾਈ ਸ਼ਬੇਗ ਸਿੰਘ ਨੇ ਫਿਰ ਜਦੋਂ ਜ਼ਕਰੀਆ ਖਾਨ ਨੇ ਪੁੱਛਿਆ ਸੀ ਕਿ ਚਰਖੜੀ ਦਾ ਕਿਹੋ ਜਿਹਾ ਸਵਾਦ ਹੈ, ਸਾਨੂੰ ਦੱਸਣਾ ਕਰ, ਤੇ ਭਾਈ ਸ਼ਬੇਗ ਸਿੰਘ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਚਰਖੜੀ ਦਾ ਸਵਾਦ ਤਾਂ ਚਰਖੜੀ ਤੇ ਚੜ੍ਹ ਕੇ ਤੇ ਚੱਖ ਕੇ ਹੀ ਪਤਾ ਲੱਗੇਗਾ। ਇਹ ਅੱਗੋਂ ਸਤਿਗੁਰਾਂ ਨੇ ਐਸੇ ਆਪਣੇ ਸਿੱਖਾਂ ਦੀ ਬਖਸ਼ਿਸ਼ ਕਰ ਦਿੱਤੀ ਸੀ ਕਿ ਸਦਾ ਸੁਖ ਹੋਏ। ਅਜਿਹਾ ਉਹਨਾਂ ਨੂੰ ਸੁਖ ਬਖਸ਼ਿਸ਼ ਕਰ ਦਿੱਤਾ ਕਿ ਉਹਨਾਂ ਨੇ ਚਰਖੜੀ ਦੇ ਉੱਪਰ ਚੜ੍ਹ ਕਰਕੇ ਜਿਹੜਾ ਉਹਨਾਂ ਦੇ ਉਥੋਂ ਦਰਦ ਪ੍ਰਾਪਤ ਹੋਇਆ, ਉਸ ਦੇ ਵਿੱਚੋਂ ਵੀ ਉਹਨਾਂ ਨੇ ਸੁਖ ਮਾਣਿਆ। ਐਸੀ ਸਤਿਗੁਰੂ ਆਪਣੇ ਸਿੱਖਾਂ ਦੇ ਬਖਸ਼ਿਸ਼ ਕਰਦੇ ਹਨ। ਜਿਤ ਸੁਹਿਲੈ ਸਦਾ ਸੁਖ ਹੋਏ। ਉਹਨਾਂ ਨੂੰ ਸਦੀਵੀ ਸੁਖ ਕਿਉਂ ਪ੍ਰਾਪਤ ਸੀ ਨਾ, ਤੇ ਇਹ ਸੁਖ ਕਿੱਥੋਂ ਪ੍ਰਾਪਤ ਹੋਇਆ? ਜਿਤ ਸੁਹਿਲੈ, ਜਿਸ ਪਰਮੇਸ਼ਰ ਦੇ ਸੁਹਿਲੇ ਗਾਉਣ ਦੇ ਨਾਲ, ਕੀਰਤੀ ਕਰਨ ਦੇ ਨਾਲ ਇਹ ਸੁਖ ਪ੍ਰਾਪਤ ਹੋ ਜਾਂਦਾ। ਇਹ ਸਤਿਗੁਰੂ ਕਹਿੰਦੇ ਹਉ ਵਾਰੀ ਅਸੀਂ ਬਲਿਹਾਰਣੇ ਹਾਂ, ਅਥਵਾ ਹਉ ਵਾਰੀ ਆਪਣੀ ਹਉ ਜਿਹੜੀ ਹਉਮੈ ਹੈ, ਅਹੰਕਾਰ ਵਾਰੀ, ਉਸ ਨੂੰ ਵਾਰ ਕਰਕੇ ਖਤਮ ਕਰਕੇ ਫਿਰ ਇਹ ਸੋਹਲਾ ਪੜਨ ਦੇ ਨਾਲ ਸੁਖ ਹੋਏ, ਇਹ ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ। ਅਥਵਾ ਜਿਤ ਸੁਹਿਲੈ, ਜਿਸ ਸੋਹਲਾ ਪਰਮੇਸ਼ਰ ਦਾ ਸੋਹਲਾ ਗਾਉਣ ਦੇ ਨਾਲ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ ਸਦਾ ਸੁਖ ਹੋਏ। ਅਤੇ ਹਉ ਵਾਰੀ, ਉਸ ਦੀ ਜਿਹੜੀ ਹਉ ਹੰਗਤਾ ਹੈ ਉਹ ਵਾਰੀ ਖਤਮ ਹੋ ਜਾਂਦੀ ਹੈ। ਸੋਹਲਾ ਗਾਉਣ ਦੇ ਨਾਲ, ਪਰਮੇਸ਼ਰ ਦਾ ਜਸ ਗਾਉਣ ਦੇ ਨਾਲ, ਤੇ ਸਦਾ ਸੁਖ ਹੋਏ। ਤੇ ਜਿਹੜਾ ਸਦੀਵੀ ਸੁਖ ਹੈ ਨਾ, ਇਹ ਫਿਰ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗਤ, ਸਦੀਵੀ ਜੇਕਰ ਸੁਖ ਪ੍ਰਾਪਤ ਕਰਨਾ ਹੈ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੀ ਹੈ। ਇਹ ਸਤਿਗੁਰਾਂ ਦਾ ਸਿਮਰ 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 ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਸਿਮਰਨ ਦੇ ਨਾਲ ਹੀ ਜਿਹੜਾ ਸਦੀਵੀ ਸੁਖ ਹੈ ਨਾ, ਇਹ ਪ੍ਰਾਪਤ ਹੁੰਦਾ ਹੈ। ਆਪਾਂ ਪਿਛਲੇ ਦਿਨਾਂ ਦੇ ਅੰਦਰ ਜੋ ਰਹਿਰਾਸ ਸਾਹਿਬ ਗੁਰਬਾਣੀ ਅੰਦਰ ਸ੍ਰੀ ਆਨੰਦ ਸਾਹਿਬ ਦੀ ਵਿਚਾਰ ਕੀਤੀ ਸੀ ਨਾ, ਉੱਥੇ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਸਦੀਵੀ ਆਨੰਦ ਹੈ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ। ਪਿਆਰਾ, ਜਿਹੜਾ ਸਦਾ ਆਨੰਦ ਹੈ ਨਾ, ਸਦੀਵੀ ਆਨੰਦ, ਉਹ ਗੁਰੂ ਪਾਸੋਂ ਹੀ ਪ੍ਰਾਪਤ ਹੋਵੇਗਾ। ਅਤੇ ਜਿਹੜੇ ਸਿੱਖ ਜਿਹੜੇ ਫਿਰ ਸ਼ਹੀਦ ਹੋਏ, ਇਹਨਾਂ ਨੇ ਵੀ ਗੁਰੂ ਪਾਸੋਂ ਆਨੰਦ ਪ੍ਰਾਪਤ ਕੀਤਾ ਸੀ ਨਾ, ਤੇ ਇਹਨਾਂ ਨੂੰ ਫਿਰ ਚਰਖੜੀਆਂ ਤੇ ਚਾੜਨ ਕਰਕੇ ਸ਼ਹੀਦ, ਅਨੇਕਾਂ ਪ੍ਰਕਾਰ ਦੇ ਨਾਲ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਗਿਆ। ਇਹਨਾਂ ਦਾ ਆਨੰਦ ਨਹੀਂ ਮਿਟਿਆ। ਇਹ ਹੈ ਆਨੰਦ ਜਿਹੜਾ ਪਰਮੇਸ਼ਰ ਦੇ ਜਸ ਗਾਉਣ ਦੇ ਨਾਲ ਤੇ ਉਸ ਦਾ ਸਿਮਰਨ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਨਾ, ਉਹ ਫਿਰ ਇਹ ਕਿਸੇ ਪ੍ਰਕਾਰ ਦੇ ਨਾਲ ਮਿਟਦਾ ਨਹੀਂ। ਇਹ ਸਦੀਵੀ ਆਨੰਦ ਸਤਿਗੁਰੂ ਬਖਸ਼ਿਸ਼ ਕਰਦੇ। ਜਿਤ ਸੁਹਿਲੈ, ਜਿਸ ਦੇ ਸੁਹਿਲੇ ਗਾਉਣ ਦੇ ਨਾਲ ਸਦਾ ਸੁਖ ਹੋਏ। ਅਸੀਂ ਹਉ ਵਾਰੀ ਉਸ ਤੋਂ ਬਲਿਹਾਰਨੇ ਜਾਂਦੇ ਹਾਂ। ਨਿਤ ਨਿਤ ਜਿਹੜੇ ਸੰਭਾਲੀਆਂ, ਸਤਿਗੁਰੂ ਬਖਸ਼ਿਸ਼ ਕਰਦੇ ਨਿਤ ਨਿਤ ਜਿਹੜੇ ਸੰਭਾਲੀਆਂ, ਕਿ ਉਹ ਪਰਮੇਸ਼ਰ ਹੈ ਕਿਹੋ ਜਿਹਾ? ਉਹ ਨਿਤ ਨਿਤ ਨਿਤਾ ਪ੍ਰਤੀ ਹਰ ਸਮੇਂ ਜਿਹੜੇ ਜੀਵ ਹਨ ਨਾ ਸੰਸਾਰੀ, ਸੰਭਾਲੀ ਹਨ, ਇਹਨਾਂ ਦੀ ਸੰਭਾਲਣਾ ਕਰਦਾ ਹੈ, ਸੰਭਾਲਦਾ ਹੈ, ਪ੍ਰਤਪਾਲਣਾ ਕਰ ਰਿਹਾ ਹੈ ਇਹਨਾਂ ਦੀ। ਦੇਖੇਗਾ ਦੇਵਨਹਾਰ, ਅਤੇ ਦੇਖੇਗਾ ਉਹਨਾਂ ਨੂੰ, ਦੇਖਭਾਲ ਉਹਨਾਂ ਦੀ ਕਰ ਰਿਹਾ ਹੈ। ਦੇਵਨਹਾਰ ਐਸਾ ਜੋ ਦਾਤਾਰ ਪਰਮੇਸ਼ਰ ਹੈ, ਦਾਤਾਂ ਦਿੰਦਾ ਹੈ। ਨਿਤ ਨਿਤ ਜਿਹੜੇ ਸੰਭਾਲੀਆਂ, ਐਸਾ ਅਚਰਜ ਪਰਮੇਸ਼ਰ ਜਿਹੜਾ ਨਿਤਾ ਪ੍ਰਤੀ ਜੀਵਾਂ ਦੀ ਸੰਭਾਲਣਾ ਕਰਦਾ ਹੈ। ਫਿਰ ਕੀ ਕਰਨਾ ਚਾਹੀਦਾ? ਨਿਤ ਨਿਤ ਨਿਤਾ ਪ੍ਰਤੀ ਹਰ ਸਮੇਂ ਜਿਹੜੇ ਸੰਭਾਲੀਆਂ, ਇਹ ਮੇਰੇ ਜੀੜਿਆ ਸੰਭਾਲੀਆਂ, ਉਸ ਨੂੰ ਸੰਭਾਲਣਾ ਚਾਹੀਦਾ ਹੈ, ਉਸ ਨੂੰ ਹਰ ਵਕਤ ਸਿਮਰਨਾ ਚਾਹੀਦਾ ਹੈ। ਫਿਰ ਕੀ ਹੋਵੇਗਾ? ਦੇਖੇਗਾ ਦੇਵਨਹਾਰ, ਜਿਹੜਾ ਦੇਵਨਹਾਰ ਪਰਮੇਸ਼ਰ ਹੈ ਨਾ, ਦਾਤਾਂ ਬਖਸ਼ਿਸ਼ ਕਰਦਾ ਹੈ ਹਰ ਪ੍ਰਕਾਰ ਦੇ ਨਾਲ।
ਦੇਖੇਗਾ, ਉਹ ਫਿਰ ਤੇਰੇ ਵੱਲ ਇਹ ਬਖਸ਼ਿਸ਼ ਭਰੀ ਨਿਗਾਹ ਦੇ ਨਾਲ ਦੇਖੇਗਾ ਤੇ ਤੈਨੂੰ ਦੇਖ ਕਰਕੇ ਨਿਹਾਲ ਕਰ ਦੇਵੇਗਾ। ਇਹ ਬਖਸ਼ਿਸ਼ ਭਰੀ ਨਿਗਾਹ ਕਿਵੇਂ ਪ੍ਰਾਪਤ ਹੋਵੇਗੀ? ਨਿਤ ਨਿਤ ਜੀੜੇ ਸੰਭਾਲੇ ਨੇ ਆਪਣੇ ਹਿਰਦੇ ਅੰਦਰ, ਨਿਤਾ ਪ੍ਰਤੀ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਹ ਚਿੰਤਾਵਾਂ ਜਿਹੜੀਆਂ ਸਾਰੀਆਂ ਫਿਰ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਨਾਸ ਹੋਣੀਆਂ ਹਨ ਨਾ। ਦੇਖੇਗਾ ਦੇਵਨਹਾਰ ਪਰਮੇਸ਼ਰ ਬਖਸ਼ਿਸ਼ ਭਰੀ ਨਿਗਾਹ ਦੇ ਨਾਲ। ਕਦੋਂ ਦੇਖੇਗਾ? ਨਿਤ ਨਿਤ ਜੀੜੇ ਸਮਾ ਲੈਣ ਆਪਣੇ ਹਿਰਦੇ ਅੰਦਰ ਪਰਮੇਸ਼ਰ ਨੂੰ ਨਿਤਾ ਪ੍ਰਤੀ ਹਰ ਸਵਾਸ ਦੇ ਨਾਲ ਉਸ ਦੀ ਸੰਭਾਲਣਾ ਕਰੀਏ, ਉਸ ਨੂੰ ਸਿਮਰਨਾ ਕਰੀਏ, ਫਿਰ ਇਹ ਬਖਸ਼ਿਸ਼ ਹੋਵੇਗੀ। ਨਿਤ ਨਿਤ ਜੀੜੇ ਸੰਭਾਲੀਣ, ਤੇ ਜੇਕਰ ਆਪਾਂ ਨੇਤਾ ਪ੍ਰਤੀ ਉਸ ਨੂੰ ਸੰਭਾਲਦੇ ਹਾਂ ਨਾ ਹਿਰਦੇ ਅੰਦਰ ਰੋਜ਼ਾਨਾ ਹਰ ਸਵਾਸ ਦੇ ਨਾਲ, ਫਿਰ ਕੀ ਬਖਸ਼ਿਸ਼ ਵਰਤੇਗੀ? ਦੇਖੇਗਾ ਦੇਵਨਹਾਰ। ਤੁਸੀਂ ਉਸ ਦੇਵਨਹਾਰ ਪਰਮੇਸ਼ਰ ਨੂੰ ਫਿਰ ਦੇਖ ਲਵੋਗੇ, ਪ੍ਰਤੱਖ ਤੁਸੀਂ ਉਸ ਦੇ ਦਰਸ਼ਨ ਹੋ ਜਾਣਗੇ, ਤੁਹਾਨੂੰ ਦੇਖੇਗਾ। ਦੇਵਨਹਾਰ ਜਿਹੜਾ ਦਾਤਾ ਦਿੰਦਾ ਹੈ ਨਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਫਿਰ ਜੇਕਰ ਪਰਮੇਸ਼ਰ ਆਪ ਨਹੀਂ ਦਾਤ ਦਿੰਦਾ ਤਾਂ ਫਿਰ ਇਹ ਮੰਗ ਕੇ ਜਿਹੜੇ ਭਗਤ ਹਨ ਨਾ ਉਹ ਪਰਮੇਸ਼ਰ ਤੋਂ ਮੰਗਦੇ ਹਨ, ਪਰ ਮੰਗਦੇ ਲਾਲਚ ਅੰਦਰ ਨਹੀਂ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਛਾਦਨ ਨੀਕਾ ਅਨਾਜ ਮੰਗੋ, ਸਤ ਸੀਕਾ ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਤੇ ਅਖੀਰ ਤੇ ਕੀ ਮੰਗ ਲਿਆ? ਘਰ ਕੀ ਗੀਹਣ ਚੰਗੀ, ਜਨ ਧੰਨਾ ਲਿਵੈ ਮੰਗੀ। ਇਹ ਜਿਹੜੀਆਂ ਵਸਤਾਂ ਹਨ ਨਾ, ਇਹ ਸਰੀਰ ਦਾ ਨਿਬਾਹ ਚਲਾਉਣ ਵਾਸਤੇ, ਕਿਸੇ ਲਾਲਚ ਅੰਦਰ ਨਹੀਂ, ਕਿਸੇ ਨੂੰ ਦਿਖਾਉਣ ਮਾਤਰ ਨਹੀਂ ਕਿ ਮੇਰੇ ਕੋਲ ਇਤਨੀਆਂ ਵਸਤੂਆਂ ਹਨ, ਮੇਰੀ ਬੜੀ ਪ੍ਰਭਤਾ ਹੈ। ਇਹ ਦਾਤਾਂ ਜਿਹੜੀਆਂ ਫਿਰ ਮੰਗੀਆਂ ਹਨ ਨਾ ਭਗਤਾਂ ਨੇ, ਇਹ ਤਾਂ ਕੇਵਲ ਸਰੀਰ ਦਾ ਨਿਰਬਾਹ ਚੱਲਣ ਵਾਸਤੇ, ਸੌਖਾ ਨਿਰਬਾਹ ਚੱਲ ਜਾਵੇ ਤੇ ਅਸੀਂ ਭਗਤੀ ਕਰ ਸਕੀਏ ਪਰਮੇਸ਼ਰ ਤੇਰੀ। ਇਤਨੀਆਂ ਕਿ ਸਾਨੂੰ ਦਾਤਾਂ ਦੇ ਛੱਡੀ, ਬਹੁਤੀਆਂ ਦੀ ਸਾਨੂੰ ਲੋੜ ਨਹੀਂ। ਐਸਾ ਫਿਰ ਜੋ ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ, ਉਸ ਨਿਤ ਚਿਤਾਰਨ ਦੇ ਸਦਕਾ ਜੋ ਦੇਵਨਹਾਰ ਦਾਤਾਰ ਹੈ, ਫਿਰ ਇਹ ਕੋਈ ਤੋਟ ਨਹੀਂ ਰਹਿਣ ਦਿੰਦਾ ਨਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਉਹਨਾਂ ਦੇ ਫਿਰ ਹਰ ਪ੍ਰਕਾਰ ਦੇ ਨਾਲ ਪਰਮੇਸ਼ਰ ਕਾਜ ਸਵਾਰਦਾ ਹੈ। ਇਹ ਜੋ ਦੇਵਨਹਾਰ ਜਿਹੜਾ ਦਿੰਦਾ ਹੈ ਨਾ ਦਾਤਾ, ਨਾਮ ਧਨ ਬ੍ਰਹਮ ਗਿਆਨ ਬ੍ਰਹਮ ਵਿਦਿਆ ਮੁਕਤੀ ਆਦਿਕ ਜੋ ਵੀ ਦਾਤਾਂ ਹਨ, ਐਸਾ ਉਹ ਪਰਮੇਸ਼ਰ ਦੇਣਹਾਰ ਹੈ। ਦੁਨਿਆਵੀ ਦਾਤਾਂ ਵੀ ਸਾਰੀਆਂ ਉਸ ਤੋਂ ਪ੍ਰਾਪਤ ਹੋਣੀਆਂ ਹਨ ਆਪਾਂ ਨੂੰ। ਜਿਹੜੀਆਂ ਆਤਮਿਕ ਦਾਤਾਂ ਹਨ ਨਾ, ਨਾਮ ਧਨ ਦੀ ਦਾਤ ਜੋ ਪਰਮੇਸ਼ਰ ਬਖਸ਼ਿਸ਼ ਕਰਦੇ ਹਨ, ਇਹ ਫਿਰ ਕਿਵੇਂ ਆਪਾਂ ਪ੍ਰਾਪਤ ਕਰੀਏ ਜੀ? ਨਿਤ ਨਿਤ ਜੀੜੇ ਸੰਭਾਲੀਨ, ਨਿਤਾ ਪ੍ਰਤੀ ਜੀੜੇ ਹਿਰਦੇ ਅੰਦਰ ਉਸ ਪਰਮੇਸ਼ਰ ਨੂੰ ਸੰਭਾਲਣਾ ਚੇਤੇ ਕਰਨਾ ਚਾਹੀਦਾ ਹੈ। ਤੇਰੇ ਦਾਨੇ ਕੀਮਤ ਨਾ ਪਵੈ, ਤੇਰੇ ਦਾਨੇ ਜਿਹੜੇ ਦਾਨ ਹੈ ਪਰਮੇਸ਼ਰ ਤੁਸੀਂ ਦਾਨ ਦਿੱਤੇ ਹੋਏ ਹਨ ਨਾ ਸੰਸਾਰੀ ਜੀਵਾਂ ਨੂੰ, ਕੀਮਤ ਨਾ ਪਵੇ, ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਦਾ ਅੰਤ ਨਹੀਂ ਕਹਿਆ ਜਾ ਸਕਦਾ। ਤੇਰੇ ਦਾਨ ਹੈ ਜਿਹੜਾ ਤੁਸੀਂ ਪਰਮੇਸ਼ਰ ਦਾਨ ਦੇ ਦਿੱਤਾ, ਜਿਹੜਾ ਸਾਨੂੰ ਇਹ ਜੀਵਾਂ ਨੂੰ ਸਰੀਰ ਦਾ ਦਾਨ ਦੇ ਦਿੱਤਾ, ਮਨੁੱਖਾ ਦੇਹੀ ਦੇ ਦਿੱਤੀ। ਜਿਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ, ਹਰ ਕੀ ਸੇਵ। ਜਿਹੜੀ ਦੇਹ ਨੂੰ ਦੇਵਤੇ ਵੀ ਚੇਤਾ ਕਰਦੇ ਹਨ, ਸਿਮਰ ਰਹੇ ਹਨ ਵੀ ਸਾਨੂੰ ਵੀ ਕਿਤੇ ਇਹ ਦੇਹੀ ਪ੍ਰਾਪਤ ਹੋ ਜਾਵੇ ਤੇ ਅਸੀਂ ਵੀ ਪਰਮੇਸ਼ਰ ਦਾ ਜਸ ਗਾ ਕੇ ਤੇ ਉਸ ਨਾਲ ਮਿਲ ਸਕੀਏ। ਐਸੀ ਇਹ ਸ੍ਰੇਸ਼ਟ ਦੇਹੀ ਹੈ, ਕਿਉਂਕਿ ਦੇਵਤਿਆਂ ਦੇ ਪਾਸ ਮਨ ਤਾਂ ਹੈ, ਉਹਨਾਂ ਪਾਸ ਸਰੀਰ ਨਹੀਂ ਜੋ ਪਰਮੇਸ਼ਰ ਦੀ ਸਿਮਰਨ ਤੇ ਬੰਦਗੀ ਤੇ ਸੇਵਾ ਕਰ ਸਕਣ। ਜਿਹੜੇ ਪਸ਼ੂ ਪੰਛੀ ਹਨ, ਇਹਨਾਂ ਕੋਲ ਸਰੀਰ ਹੈ ਪਰ ਇਹਨਾਂ ਕੋਲ ਮਨ ਨਹੀਂ ਜੋ ਸਤਿਗੁਰਾਂ ਦੀ ਸੇਵਾ ਭਗਤੀ ਸਿਮਰਨ ਕਰ ਸਕਣ। ਮਨੁੱਖਾ ਦੇਹੀ ਹੈ ਨਾ, ਜੋ ਇਸ ਜਿਹੜੀ ਤੇਰੀ ਇਹ ਸਰਦਾਰੀ ਬਖਸ਼ਿਸ਼ ਕੀਤੀ ਹੈ ਸਾਰੀਆਂ ਜੂਨਾਂ ਦੇ ਉੱਪਰ ਸਤਿਗੁਰਾਂ ਨੇ, ਇਸ ਧਰਤੀ ਮਹਿ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਜਿਹੜੀਆਂ ਸਾਰੀਆਂ ਜੋਨਾਂ ਤੇਰੀਆਂ ਪਾਣੀਹਾਰੀ, ਤੇਰੀ ਸੇਵਾਦਾਰ ਪਰਮੇਸ਼ਰ ਨੇ ਬਣਾ ਦਿੱਤੀਆਂ। ਐਸੀ ਸ੍ਰੇਸ਼ਟ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਆਪਣ ਸਤਿਗੁਰਾਂ ਨੇ ਇਹ ਬਖਸ਼ਿਸ਼ ਕਰ ਦਿੱਤੀ। ਮਨੁੱਖਾ ਦੇ ਇਤਨੀ ਵਡਮੁੱਲੀ ਦਾਤ ਜਿਹੜੀ ਸਤਿਗੁਰਾਂ ਨੇ ਦੇਣਾ ਕੀਤੀ ਨਾ, ਤੇਰੇ ਦਾਨ ਹੈ। ਇਹ ਜਿਹੜਾ ਦਾਨ ਪਰਮੇਸ਼ਰ ਦਾ ਹੈ, ਕੀਮਤ ਨਾ ਪਵੈ, ਇਸ ਦੀ ਤਾਂ ਕੀਮਤ ਪਾਈ ਨਹੀਂ ਜਾ ਸਕਦੀ। ਕੋਈ ਇਸ ਨੂੰ ਇਸ ਸੰਸਾਰ ਦੇ ਅੰਦਰ ਕਿਤਨੀਆਂ ਖੋਜਾਂ ਅੱਗੇ ਤੋਂ ਅੱਗੇ ਹੋ ਗਈਆਂ ਹਨ ਨਾ, ਪਰ ਇਸ ਸਰੀਰ ਨੂੰ ਨਹੀਂ ਕੋਈ ਬਣਾ ਸਕਿਆ। ਸਰੀਰ ਨੂੰ ਠੀਕ ਤਾਂ ਕਰ ਸਕੇ ਹਨ, ਪਰ ਕੋਈ ਬਣਾ ਨਹੀਂ ਸਕਿਆ। ਜੇਕਰ ਬਣਾ ਵੀ ਲਿਆ ਠੀਕ ਹੈ, ਪਰ ਉਸ ਦੇ ਅੰਦਰ ਕੋਈ ਜਿੰਦ ਨੂੰ ਨਹੀਂ ਫੂਕ ਸਕਿਆ, ਜਿੰਦ ਨਹੀਂ ਉਸ ਦੇ ਅੰਦਰ ਕੋਈ ਪਾ ਸਕਿਆ। ਇਹ ਪਰਮੇਸ਼ਰ ਦੀ ਦਾਤ ਹੀ ਹੈ। ਤੇਰੇ ਦਾਨ ਹੈ, ਇਹ ਜਿਹੜੀ ਦਾਨ ਦੇ ਦਿੱਤਾ ਹੈ ਨਾ ਦਾਤ ਪਰਮੇਸ਼ਰ ਨੇ, ਕੀਮਤ ਨਾ ਪਵੈ, ਇਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ।
ਤਿਸ ਦਾਤੇ ਕਵਣ ਸੁਮਾਰ। ਜੇਕਰ ਉਸ ਦੀਆਂ ਦਾਤਾਂ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਤਿਸ ਦਾਤੇ, ਫਿਰ ਉਸ ਪਰਮੇਸ਼ਰ ਦੀ ਕੀਮਤ ਕਵਣ ਸੁਮਾਰ। ਸੁਮਾਰ ਜਿਹੜੀ ਗਿਣਤੀ ਹੈ ਨਾ, ਉਸ ਪਰਮੇਸ਼ਰ ਦੀ ਕਿਵੇਂ ਆਪਾਂ ਸੁਮਾਰ ਗਿਣਤੀ ਪਾ ਲਵਾਂਗੇ, ਉਸ ਦਾ ਅੰਤ ਕਿਵੇਂ ਪਾ ਲਾਂਗੇ ਜੇਕਰ ਉਸ ਦੇ ਦਿੱਤੇ ਹੋਏ ਦਾਨਾਂ ਦੀ ਹੀ ਕੀਮਤ ਨਹੀਂ ਪਾਈ ਜਾ ਸਕਦੀ। ਐਸਾ ਉਹ ਬਖਸ਼ਿੰਦ ਅਤੇ ਸਰਬ ਸ਼ਕਤੀਮਾਨ ਪਰਮੇਸ਼ਰ ਹੈ। ਅਥਵਾ ਤੇਰੇ ਦਾਨਾ ਜਿਹੜੇ ਹੈ ਪਰਮੇਸ਼ਰ ਤੇਰੇ ਹਨ, ਦਾਨਾ ਜਿਹੜੀ ਅਕਲ ਵਾਲੇ, ਤੇਰੀ ਅਕਲ ਵਾਲੇ, ਤੁਹਾਡਾ ਜਿਨ੍ਹਾਂ ਨੂੰ ਗਿਆਨ ਹੈ, ਤੁਹਾਨੂੰ ਜਿਨ੍ਹਾਂ ਨੂੰ ਤੁਹਾਡੀ ਸਮਝ ਲੱਗ ਗਈ ਹੈ ਕਿ ਤੁਹਾਡੀ ਪ੍ਰਾਪਤੀ ਕਰਨ ਦਾ ਹੀ ਜਿਹੜਾ ਅਸਲੀ ਮਾਰਗ ਹੈ, ਜੋ ਇਸ ਸੰਸਾਰ ਦੇ ਅੰਦਰ ਆਉਣ ਦਾ ਹੀ ਜਿਹੜਾ ਅਸਲੀ ਕਾਰਜ ਹੈ, ਉਹ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਪਰਮੇਸ਼ਰ ਨੂੰ ਮਿਲਣ ਦੀ ਇਹ ਵਾਰੀ ਜਿਨ੍ਹਾਂ ਨੂੰ ਸਮਝ ਆ ਗਈ ਨਾ, ਤੇਰੇ ਦਾਨੇ ਐਸੇ ਜੋ ਦਾਨੇ ਪੁਰਸ਼ ਸਿਆਣੇ ਪੁਰਸ਼ ਬਣ ਗਏ, ਕੀਮਤ ਨਾ ਪਵੇ, ਉਹਨਾਂ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਤਿਸ ਦਾਤੇ ਕਵਣ ਸੁਮਾਰ, ਫਿਰ ਐਸਾ ਜਿਹੜਾ ਦਾਤਾ ਹੈ ਤਿਸ ਦਾਤੇ ਕਵਣ ਸੁਮਾਰ, ਉਸ ਦੀ ਆਪਾਂ ਕਿਸ ਤਰੀਕੇ ਨਾਲ ਕੀਮਤ ਪਾ ਲਵਾਂਗੇ, ਇਤਨਾ ਉਹ ਬੇਅੰਤ ਪਰਮੇਸ਼ਰ ਹੈ। ਸੰਬਤ ਸਾਹਾ ਲਿਖਿਆ। ਸੰਬਤ ਸਾਹਾ ਲਿਖਿਆ, ਜਿਸ ਪ੍ਰਕਾਰ ਦੇ ਨਾਲ ਆਪਾਂ ਵਿਆਹ ਕਾਰਜਾਂ ਦੇ ਅੰਦਰ ਸਾਹਾ ਲਿਖਿਆ ਜਾਂਦਾ ਹੈ ਨਾ, ਆਪਾਂ ਕਹਿੰਦੇ ਹਾਂ ਕਿ ਫਲਾਣਾ ਬੱਚਾ ਸਾਹੇ ਵੱਜ ਗਿਆ ਹੈ, ਉਸ ਨੂੰ ਆਪਾਂ ਸਾਹੇ ਬੰਨ੍ਹ ਦਿੰਦੇ ਹਾਂ। ਸੰਬਤ ਜੋ ਕਿਹੜਾ ਸਮਾਂ, ਕਿਹੜਾ ਸਾਲ, ਕਿਹੜੀ ਥਿਤ ਵਾਰ ਦਿਨ ਆਪਾਂ ਸਾਹੇ ਦੇ ਅੰਦਰ ਨਿਯਤ ਕੀਤਾ ਹੁੰਦਾ ਹੈ, ਲਿਖਿਆ। ਇਹ ਸਤਿਗੁਰ ਕਹਿੰਦੇ ਵੀ ਜਿਸ ਤਰੀਕੇ ਨਾਲ ਉਹ ਲਿਖਿਆ ਜਾਂਦਾ ਹੈ, ਮਿਲ ਕਰ ਮਿਲ ਕਰ ਪਾਵਹੁ ਤੇਲ। ਉਸ ਸਮੇਂ ਫਿਰ ਜੋ ਇਹ ਜਿਹੜੀ ਵਿਆਹਣ ਵਾਲੀ ਇਸਤਰੀ ਹੈ ਨਾ, ਜਿਸ ਨੇ ਵਿਆਹੀ ਜਾਣਾ ਹੈ, ਜਿਸ ਦਾ ਸਾਹਾ ਲਿਖਿਆ ਗਿਆ ਹੈ, ਤੇ ਉਹ ਫਿਰ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ ਨਾ, ਮਿਲ ਕਰ ਪਾਵਹੁ ਤੇਲ, ਕਿ ਆਓ ਸਾਰੀਆਂ ਮਿਲ ਕਰਕੇ ਤੇ ਤੇਲ ਪਾਓ। ਭਾਵ ਜਿਹੜਾ ਮਾਈਆਂ ਲਾਉਣ ਦੀ ਰਸਮ ਹੈ ਉਹ ਕਰੋ, ਸਿਰ ਦੇ ਅੰਦਰ ਤੇਲ ਲਾਉਣਾ ਕਰੋ। ਦੇਹੋ ਸੱਜਣ ਅਸੀਸੜੀਆਂ। ਅਤੇ ਉਹ ਫਿਰ ਸੱਜਣਾ ਪਾਸੋਂ, ਆਪਣੇ ਵੱਡਿਆਂ ਪਾਸੋਂ, ਆਪਣੀਆਂ ਸਹੇਲੀਆਂ ਪਾਸੋਂ ਇਹ ਕਰਦੀ ਹੈ ਨਾ ਉਹਨਾਂ ਨੂੰ ਬੇਨਤੀ ਕਿ ਦੇਹੋ ਸੱਜਣ ਅਸੀਸੜੀਆਂ, ਮੈਨੂੰ ਅਸੀਸਾਂ ਦੇਵੋ। ਜਿਉ ਹੋਵੇ ਸਾਹਿਬ ਸਿਉ ਮੇਲ, ਜਿਹਦੇ ਨਾਲ ਮੈਨੂੰ ਸਾਹਿਬ ਮੇਰੇ ਪਤੀ ਦੇ ਨਾਲ ਮੇਰਾ ਮੇਲ ਹੋ ਜਾਵੇ। ਤੇ ਇਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੰਬਤ ਸਾਹਾ ਲਿਖਿਆ, ਇਹ ਜਿਹੜਾ ਸਾਹਾ ਅਟਲ ਗਣਿਆ ਹੈ ਨਾ, ਪਰਮੇਸ਼ਰ ਨੇ ਜਿਹੜਾ ਸਾਹਾ ਲਿਖ ਦਿੱਤਾ ਹੈ ਸਾਰੇ ਜੀਵਾਂ ਦੇ ਸਿਰ ਦੇ ਉੱਪਰ, ਜਿਹੜਾ ਲਾੜੀ ਰੂਪ ਇਸ ਇਸਤਰੀ ਨੇ ਮੌਤ ਰੂਪ ਲਾੜੇ ਦੇ ਨਾਲ ਜੀਵ ਇਸਤਰੀ ਨੇ ਵਿਆਹੀ ਜਾਣਾ ਹੈ ਨਾ, ਇਹ ਅੰਤ ਸਮਾਂ ਮੌਤ ਆਉਣੀ ਹੈ, ਇਸ ਜੀਵ ਨੂੰ ਸੰਬਤ ਸਾਹਾ ਲਿਖਿਆ। ਇਹ ਲਿਖਿਆ ਹੋਇਆ ਹੈ ਸਾਹਾ, ਇਹ ਸਾਰੇ ਜੀਵ ਸਾਹੇ ਬੱਝੇ ਹੋਏ ਹਨ। ਮਿਲ ਕਰ ਪਾਵੋ ਤੇਲ, ਇਸ ਕਰਕੇ ਤੇਲ ਉਸ ਪਰਮੇਸ਼ਰ ਦੇ ਨਾਮ ਦਾ ਤੇਲ ਲਾਉਣਾ ਕਰੀਏ, ਮਲਣਾ ਕਰੀਏ, ਜਿਸ ਦੇ ਨਾਲ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਉਸ ਪਰਮੇਸ਼ਰ ਦੇ ਨਾਲ ਮੇਲ ਹੋ ਜਾਵੇ ਸਾਡਾ। ਕਿਉਂਕਿ ਸਾਧ ਸੰਗਤ ਮਰ ਤਾਂ ਹਰੇਕ ਜੀਵ ਜਾਂਦਾ ਹੈ, ਪਰ ਮਰਨ ਤੋਂ ਪਹਿਲਾਂ ਜੇਕਰ ਉਸ ਪਰਮੇਸ਼ਰ ਦਾ ਗਿਆਨ ਉਸ ਦੇ ਨਾਲ ਮਿਲਾਪ ਹੋ ਜਾਵੇ ਨਾ, ਤੇ ਫਿਰ ਉਹ ਸੁਖੀ ਵਸਦਾ ਹੈ ਸਹੁਰੇ ਘਰ ਜਾ ਕਰਕੇ। ਇਹ ਜਿਹੜਾ ਸੰਸਾਰ ਹੈ ਪੇਕਾ ਘਰ ਹੈ, ਸਾਹਾ ਲਿਖਿਆ ਗਿਆ ਹੈ, ਮੌਤ ਰੂਪੀ ਲਾੜੇ ਨੇ ਆਉਣਾ ਹੈ ਵਿਆਹੁਣ, ਤੇ ਸਾਹਾ ਇਹ ਟਲਿਆ ਨਹੀਂ ਜਾ ਸਕਦਾ। ਦੁਨੀਆ ਦੇ ਅੰਦਰ ਜਿਹੜਾ ਆਪਾਂ ਸਾਹਾ ਹੈ, ਇਹ ਤਾਂ ਅੱਗੇ ਪਿੱਛੇ ਇਹ ਵੀ ਨਹੀਂ ਹੋ ਸਕਦਾ, ਫਿਰ ਵੀ ਜੇਕਰ ਕੋਈ ਮੌਕਾ ਬਣੇ ਤਾਂ ਅੱਗੇ ਪਿੱਛੇ ਹੋ ਸਕਦਾ ਹੈ, ਪਰ ਜਿਹੜਾ ਉਸ ਪਰਮੇਸ਼ਰ ਨੇ ਸਾਹਾ ਲਿਖ ਦਿੱਤਾ ਹੈ ਨਾ ਸਾਰੇ ਜੀਵਾਂ ਦੇ ਸਿਰ ਦੇ ਉੱਪਰ, ਉਹ ਨਹੀਂ ਅੱਗੇ ਪਿੱਛੇ ਹੋ ਸਕਦਾ, ਉਹ ਨਹੀਂ ਟਲਣ ਵਾਲਾ। ਘਰ ਘਰ ਇਹੋ ਪਹੁੰਚਾ। ਸਤਿਗੁਰ ਬਖਸ਼ਿਸ਼ ਕਰਦੇ, ਘਰ ਘਰ ਇਹੋ ਪਹੁੰਚਾ। ਇਹ ਜਿਹੜਾ ਸੱਦਾ ਹੈ ਨਾ, ਇਹ ਸਾਹੇ ਦਾ ਪਹੁੰਚਾ ਹੁੰਦਾ ਹੈ, ਗੰਢ ਭੇਜਣੀ, ਸੱਦਾ ਭੇਜਣਾ। ਸਤਿਗੁਰ ਕਹਿੰਦੇ ਇਹ ਘਰ ਘਰ, ਹਰੇਕ ਘਰ ਦੇ ਅੰਦਰ ਪਹੁੰਚ ਰਿਹਾ ਹੈ। ਇਹ ਸਰੀਰ ਘਰ ਰੂਪੀ ਘਰ, ਹਰੇਕ ਸਰੀਰ ਦੇ ਅੰਦਰ ਇਹ ਸਾਹਾ ਜਿਹੜਾ, ਇਹ ਪਹੁੰਚਾ ਜਿਹੜਾ ਹੈ, ਇਹ ਪਹੁੰਚ ਰਿਹਾ ਹੈ। ਜਿਹੜਾ ਮੌਤ ਦਾ ਸੱਦੜਾ ਹੈ ਨਾ, ਕਿ ਫਲਾਣੇ ਦਿਨ ਇਸ ਨੂੰ ਵਿਆਹੇ ਜਾਣਾ ਹੈ, ਇਸ ਦੀ ਮੌਤ ਆ ਜਾਣੀ ਹੈ, ਇਹ ਘਰ ਘਰ ਇਹੋ ਪਹੁੰਚਾ, ਇਹ ਹਰੇਕ ਘਰ ਦੇ ਅੰਦਰ ਪਹੁੰਚ ਰਿਹਾ ਹੈ। ਕਬੀਰ ਸਾਹਿਬ ਕਹਿ ਰਹੇ ਹਨ ਨਾ, ਕਿ ਜੋ ਬਖਸ਼ਿਸ਼ ਕਰਦੇ ਹਨ ਕਿ ਅਜਰਾਈਲ ਫਰਿਸ਼ਤਾ ਕੈ ਘਰ ਨਾਠੀ ਅੱਜ, ਕੇ ਉਹ ਬਖਸ਼ਿਸ਼ ਕਰਦੇ ਵੀ ਅੱਜ ਕਿਹੜੇ ਘਰ ਆਇਆ ਹੈ ਜੋ ਅਜਰਾਈਲ ਫਰਿਸ਼ਤਾ। ਭਾਵ ਹਰੇਕ ਸਮੇਂ ਛਿਨ ਛਿਨ ਕਰ ਕਰਕੇ ਹਰੇਕ ਜੀਵਾਂ ਦੇ ਤਾਈਂ ਉਹ ਜਿਹੜੇ ਸੱਦੜੇ ਪਹੁੰਚ ਰਹੇ ਹਨ।
ਸਦੜੇ ਨਿਤ ਭਵਨ। ਨਿਤ ਹੀ ਸੱਦੇ ਪੈ ਰਹੇ ਹਨ ਜੀਵਾਂ ਨੂੰ, ਕਿਉਂਕਿ ਸਾਧ ਸੰਗਤ ਇਹ ਜਿਹੜਾ ਮੌਤ ਤੇ ਜਨਮ ਦਾ ਖੇਡ ਹੈ ਨਾ, ਇੱਕ ਪਾਸੇ ਤਾਂ ਜਿਹੜਾ ਜੀਵ ਹੈ ਕੋਈ 60 70 80 ਵਰ੍ਹਿਆਂ ਦੀ ਉਮਰ ਹੰਢਾ ਕਰਕੇ ਇਸ ਸੰਸਾਰ ਤੋਂ ਜਾ ਰਿਹਾ ਹੈ, ਅਤੇ ਇੱਕ ਪਾਸੇ ਜੋ ਬਾਲਕ ਹੈ ਜਿਸ ਨੇ ਹਜੇ ਚੰਦ ਘੜੀਆਂ ਹੀ ਸਵਾਸ ਲਏ ਹਨ, ਉਹ ਵੀ ਇਸ ਸਰੀਰ ਇਸ ਸੰਸਾਰ ਨੂੰ ਛੱਡ ਕਰਕੇ ਜਾ ਰਿਹਾ ਹੈ। ਅਥਵਾ ਜਿਹੜੀ ਤੀਜੀ ਅਵਸਥਾ ਹੈ ਕਿ ਮਾਂ ਇੱਕ ਬੱਚੇ ਨੂੰ ਜਨਮ ਦੇ ਰਹੀ ਹੈ ਤੇ ਇੱਕ ਪਾਸੇ ਨਾਲ ਹੀ ਜਨਮ ਹੋ ਰਿਹਾ ਹੈ ਬੱਚੇ ਦਾ, ਦੂਸਰੇ ਪਾਸੇ ਉਸ ਮਾਂ ਦੀ ਮੌਤ ਆ ਰਹੀ ਹੈ। ਇਹ ਸਾਧ ਸੰਗਤ ਜਿਹੜਾ ਪਰਮੇਸ਼ਰ ਦਾ ਜਨਮ ਤੇ ਮਰਨ ਦਾ ਖੇਡ ਹੈ ਨਾ, ਇਹ ਪਰਮੇਸ਼ਰ ਨੇ ਸਾਹਾ ਲਿਖਿਆ ਹੋਇਆ ਹੈ, ਸੰਬਤ ਸਾਹਾ ਲਿਖਿਆ, ਇਹ ਸਾਰਿਆਂ ਦੇ ਸਿਰ ਤੇ ਹੀ ਸਾਹਾ ਲਿਖਿਆ ਗਿਆ ਹੈ। ਤੇ ਘਰ ਘਰ ਇਹੋ ਪਹੁੰਚਾ, ਹਰੇਕ ਘਰ ਦੇ ਅੰਦਰ ਹਰੇਕ ਸਰੀਰ ਦੇ ਅੰਦਰ ਇਹ ਪਹੁੰਚ ਰਿਹਾ ਹੈ। ਇਹ ਸਾਰਿਆਂ ਨੂੰ ਹੀ ਉਸ ਮਿੱਥੇ ਹੋਏ ਸਾਹੇ ਦੇ ਉੱਪਰ ਸਾਰਿਆਂ ਨੂੰ ਹੀ ਆਪਣੇ ਸਮੇਂ ਤੇ ਇਹ ਜਾਣਾ ਪਵੇਗਾ ਇਸ ਸੰਸਾਰ ਚੋਂ। ਸੱਦਨ ਹਾਰਾ ਸਿਮਰੀਐ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ ਹਨ, ਸੱਦਣ ਹਾਰਾ ਸਿਮਰੀਐ। ਜਿਹੜਾ ਪਰਮੇਸ਼ਰ ਹੈ ਨਾ ਸੱਦਣ ਹਾਰਾ, ਜਿਹੜਾ ਇਹ ਸੱਦੇ ਭੇਜ ਰਿਹਾ ਹੈ ਮੌਤ ਰੂਪ ਸੱਦੇ, ਉਸ ਨੂੰ ਸਿਮਰੀਐ। ਉਸ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ। ਉਸ ਨੂੰ ਸਿਮਰਨ ਕਰਾਂਗੇ ਤਾਂ ਸਦੀਵੀ ਆਪਾਂ ਇਹ ਜੀਵ ਜਿਹੜਾ ਹੈ ਫਿਰ ਬਾਰ-ਬਾਰ ਜਨਮ ਮਰਨ 'ਚ ਨਹੀਂ ਆਉਂਦਾ, ਕਿਉਂਕਿ ਜਿਹੜਾ ਸਾਹਾ ਨਹੀਂ ਨਾ ਟਲਿਆ ਜਾ ਸਕਦਾ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ, ਜਿਹੜੇ ਜਿਸ ਦਿਹਾੜੇ ਇਹ ਧਨ ਜਿਹੜੀ ਇਸਤਰੀ ਹੈ ਜੀਵ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਵਰੀ ਇਸ ਨੇ ਵਿਆਹੀ ਜਾਣਾ ਹੈ, ਸਾਹੇ ਲਏ ਲਿਖਾਏ। ਪਰਮੇਸ਼ਰ ਨੇ ਸਾਹੇ ਲਿਖੇ ਹੋਏ ਹਨ ਸਾਰਿਆਂ ਦੇ। ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾਲੇ ਆਏ, ਜਿਹੜਾ ਮਲਕ ਲਾੜਾ ਮੌਤ ਰੂਪੀ ਲਾੜਾ ਕੰਨੀ ਸੁਣੀਦਾ ਹੈ ਨਾ ਕਿ ਅੱਜ ਫਲਾਣੇ ਘਰ ਆ ਗਿਆ, ਫਲਾਣੇ ਦੀ ਮੌਤ ਹੋ ਗਈ, ਜਿਹੜਾ ਕੰਨੀ ਸੁਣੀਦਾ ਸੀ ਮੋਹ ਦਿਖਾਲੇ ਆਏ, ਫਿਰ ਉਹ ਅੰਤ ਵੇਲੇ ਆਣ ਕਰਕੇ ਮੂੰਹ ਦਿਖਾਲਦਾ ਹੈ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਫਿਰ ਇਹ ਹੱਡਾਂ ਨੂੰ ਕੜਕਾ ਕੜਕਾ ਕੇ ਇਹ ਜਿਹੜੀ ਜਿੰਦ ਹੈ ਇਹ ਨਿਮਾਣੀ ਜਿਹੀ ਜਿੰਦ ਜਿਸ ਨੂੰ ਹਜੇ ਪਰਮੇਸ਼ਰ ਦੀ ਗਿਆਤ ਨਹੀਂ ਨਾ ਹੋਈ, ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ, ਫਿਰ ਹੱਡਾਂ ਨੂੰ ਕੜਕਾ ਕੜਕਾ ਕੇ ਉਸ ਦੀ ਜਿੰਦ ਜਿਹੜੀ ਇਸ ਅਖੀਰਲੇ ਸਮੇਂ ਇਸ ਚੋਂ ਕੱਢੀ ਜਾਂਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ ਸਤਿਗੁਰੂ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ। ਇਹ ਆਪਾਂ ਆਪਦੀ ਜਿੰਦ ਨੂੰ ਸਮਝਾ ਲਈਏ ਕਿ ਇਹ ਸਾਹਾ ਜਿਹੜਾ ਲਿਖਿਆ ਗਿਆ ਹੈ ਪਰਮੇਸ਼ਰ ਨੇ ਲਿਖ ਕਰਕੇ ਭੇਜ ਦਿੱਤਾ ਹੈ, ਨਾ ਚੱਲਣੀ, ਇਹ ਟਲਿਆ ਨਹੀਂ ਜਾ ਸਕਦਾ। ਸਾਹਾ ਅਟਲ ਗਣਿਆ ਮੇਲਾ ਸੰਜੋਗੀ ਰਾਮ, ਜਿਹੜਾ ਸਾਹਾ ਪਰਮੇਸ਼ਰ ਨੇ ਲਿਖ ਦਿੱਤਾ ਨਾ ਮੌਤ ਦਾ, ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਕਰਕੇ ਜਿੰਦੂ ਕੋ ਸਮਝਾਏ, ਇਹ ਜਿੰਦ ਨੂੰ ਸਮਝਾ ਕਰਕੇ ਰੱਖੋ। ਕੀ ਸਮਝਾ ਕਰਕੇ ਰੱਖੋ? ਸੱਦਣ ਹਾਰਾ ਸਿਮਰੀਐ, ਕਿ ਉਸ ਸੱਦਣ ਹਾਰੇ ਜਿਹੜਾ ਸੱਦੇ ਭੇਜਦਾ ਹੈ ਪਰਮੇਸ਼ਰ, ਉਸ ਦਾ ਸਿਮਰਨ ਕਰ ਲੈ ਤਾਂ ਬਚ ਜਾਵੇਂਗੀ। ਇਸ ਬਾਰ-ਬਾਰ ਜੰਮਣ ਦੇ ਦਰਦ, ਇਸ ਸੰਸਾਰ ਦੇ ਅੰਦਰ ਜੋ ਦੁੱਖ ਦਰਦ ਹੈ ਅਤੇ ਫਿਰ ਮੌਤ ਦਾ ਜੋ ਹੱਡਾਂ ਕੋ ਕੜਕਾਏ ਵਾਲਾ ਦਰਦ ਹੈ ਨਾ, ਇਹ ਬਾਰ-ਬਾਰ ਇਸ ਦੇ ਅੰਦਰ ਆਉਣ ਤੋਂ ਤੂੰ ਬਚ ਜਾਵੇਂਗੀ। ਕੀ ਕਰ? ਜਿੰਦੂ ਕੋ ਸਮਝਾਏ। ਕੀ ਸਮਝਾ? ਨਿਤ ਨਿਤ ਸੱਦਣਹਾਰਾ ਸਿਮਰੀਐ, ਤੇ ਸੱਦਣਹਾਰੇ ਪਰਮੇਸ਼ਰ ਨੂੰ ਤੂੰ ਸਿਮਰ ਲਾ, ਸਿਮਰਨਾ ਕਰ ਉਸ ਦਾ। ਨਿਤ ਨਿਤ ਜੀੜੇ ਸੰਭਾਲੀਣ, ਤੂੰ ਨਿਤਾ ਪ੍ਰਤੀ ਉਸ ਨੂੰ ਆਪਣੇ ਹਿਰਦੇ ਅੰਦਰ ਸੰਭਾਲਣਾ ਕਰ, ਉਸ ਦਾ ਸਿਮਰਨ ਕਰ। ਨਾਨਕ ਸੇ ਦੇਹ ਆਵਨ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸੇ ਦੇਹ, ਉਹ ਜਿਹੜਾ ਦਿਨ ਹੈ ਨਾ, ਆਵਨ ਆ ਰਹੇ ਹਨ, ਜਿਹੜਾ ਉਹ ਸਾਹੇ ਵਾਲਾ ਦਿਨ ਹੈ ਉਹ ਆ ਰਿਹਾ ਹੈ, ਅਥਵਾ ਆਵਨ ਆ ਗਿਆ ਹੈ। ਜੇ ਸਮੇਂ ਇਹ ਜੋ ਸਾਹੇ ਦਾ ਦਿਨ ਆ ਗਿਆ ਹੈ, ਜਦੋਂ ਜੀਵ ਦੀ ਮੌਤ ਹੋਣੀ ਹੈ, ਮੌਤ ਰੂਪੀ ਲਾੜੇ ਨੇ ਜਦੋਂ ਵਿਆਹਣਾ ਹੈ ਨਾ, ਸਤਿਗੁਰ ਬਖਸ਼ਿਸ਼ ਕਰਦੇ ਕਿ ਉਹ ਦਿਨ ਆ ਰਹੇ ਹਨ, ਲਾਗੇ ਹੀ ਆ ਗਏ ਹਨ ਤੇਰੇ। ਸਵਾਸ ਭਰਦਾ ਵੀ ਨਹੀਂ ਕਿਸੇ ਨੂੰ ਪਤਾ ਕਿ ਕਿਸ ਸਮੇਂ ਉਸ ਲਾੜੇ ਨੇ ਆ ਜਾਣਾ ਹੈ, ਪਰ ਸਾਹਾ ਤਾਂ ਲਿਖਿਆ ਹੋਇਆ ਹੈ ਨਾ, ਕੋਈ ਇਸ ਨੂੰ ਛਿਨ ਮਾਤਰ ਵੀ ਅੱਗੇ ਪਿੱਛੇ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ ਹਨ, ਜਿੰਦੂ ਕੋ ਸਮਝਾਏ, ਤੂੰ ਸਮਝਾਲਾ ਆਪਦੀ ਜਿੰਦ ਨੂੰ। ਸੱਦਣਹਾਰਾ ਸਿਮਰੀਐ, ਉਹ ਪਰਮੇਸ਼ਰ ਹੈ, ਉਸ ਦਾ ਸਿਮਰਨ ਕਰਨਾ ਕਰ। ਸਿਮਰਨ ਕਰਨ ਦੇ ਨਾਲ ਕੀ ਪ੍ਰਾਪਤੀ ਹੋਵੇਗੀ? ਨਿਤ ਨਿਤ ਜੀੜੇ ਸੰਭਾਲੀਣ ਦੇਖੇਗਾ ਦੇਵਨਹਾਰ, ਜਿਹੜਾ ਦੇਵਨਹਾਰ ਪਰਮੇਸ਼ਰ ਹੈ ਨਾ, ਫਿਰ ਤੈਨੂੰ ਦੇਖਣ ਲੱਗ ਪਵੇਗਾ, ਕਿਰਪਾ ਦ੍ਰਿਸ਼ਟੀ ਦੇ ਨਾਲ, ਬਖਸ਼ਿਸ਼ ਭਰੀ ਨਿਗਾਹ ਦੇ ਨਾਲ ਤੈਨੂੰ ਦਿਖ ਪਵੇਗਾ। ਇਹ ਤੂੰ ਸੱਦਣਹਾਰਾ ਸਿਮਰੀਐ, ਉਸ ਦਾ ਸਿਮਰਨ ਕਰੇਂਗੀ ਤਾਂ ਹੀ ਤੇਰਾ ਬਚਾਅ ਹੋਵੇਗਾ। ਬਚਣ ਦਾ ਕਾਰਨ ਹੈ ਨਾ, ਕਿਉਂਕਿ ਮੌਤ ਤੋਂ ਤਾਂ ਕੋਈ ਬਚ ਨਹੀਂ ਸਕਦਾ, ਭਾਵੇਂ ਸੰਤ ਭਗਤ ਜਿਤਨਾ ਸ੍ਰੇਸ਼ਟ ਮਰਜ਼ੀ ਹੈ, ਉਸ ਨੂੰ ਇਹ ਮੌਤ ਜਿਹੜੀ ਹੈ ਅਖੀਰਲੇ ਸਮੇਂ ਲੈ ਜਾਵੇਗੀ। ਪਰ ਸਾਧ ਸੰਗਤ ਜਿਸ ਨੇ ਪਰਮੇਸ਼ਰ ਦੇ ਨਾਲ ਇੱਕ ਮਿੱਤਰਤਾ ਹਾਸਲ ਕਰ ਲਈ ਨਾ, ਪਰਮੇਸ਼ਰ ਦਾ ਜਿਹਨੂੰ ਮੌਤ ਤੋਂ ਪਹਿਲਾਂ ਗਿਆਤ ਹੋ ਗਿਆ, ਫਿਰ
ਉਸ ਨੂੰ ਇਹ ਜਿਹੜਾ ਸਦਾ ਸੁਖ ਹੋਏ, ਜਿਹੜਾ ਸਦਾ ਸੁਖ ਹੈ ਨਾ ਪਰਮੇਸ਼ਰ ਦਾ, ਉਸ ਨੂੰ ਪ੍ਰਾਪਤ ਹੋ ਗਿਆ। ਫਿਰ ਇਹ ਮੌਤ ਦਾ ਦਰਦ ਉਸ ਨੂੰ ਫਿਰ ਨਹੀਂ ਵਿਆਪੇਗਾ। ਉਹ ਫਿਰ ਪਰਮੇਸ਼ਰ ਆਪ ਉਹਨਾਂ ਨੂੰ ਆਣ ਕਰਕੇ ਲਿਜਾਂਦਾ ਹੈ। ਉਸ ਪਰਮੇਸ਼ਰ ਨੇ ਐਸੀ ਜੋ ਧਰਮ ਰਾਜੇ ਨੂੰ ਵੀ ਇਹ ਹੁਕਮ ਲਾਇਆ ਹੋਇਆ ਹੈ ਨਾ ਕਿ ਜਿਹੜੇ ਸੰਤ ਭਗਤ ਹਨ ਉਹਨਾਂ ਦੇ ਨੇੜੇ ਨਹੀਂ ਜਾਣਾ। ਤੂੰ ਧਰਮ ਰਾਜੇ ਨੂੰ ਇਹ ਹੁਕਮ ਹੈ ਕਿ ਤੂੰ ਸੰਤਾਂ ਭਗਤਾਂ ਨੂੰ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਨਾ, ਤੇ ਉਸ ਦੇ ਲਾਗੇ ਨਹੀਂ ਫਿਰ ਉਹ ਜਾਂਦਾ। ਤੇ ਪਰਮੇਸ਼ਰ ਆਪ ਉਹਨਾਂ ਨੂੰ ਫਿਰ ਆਪਣੇ ਚਰਨਾਂ ਦੇ ਨਾਲ ਲਾਉਣ ਵਾਸਤੇ ਤੇ ਆਪਣੇ ਅੰਦਰ ਇੱਕਮਿਕ ਹੋਣ ਕਰਕੇ ਜੋਤੀ ਜੋਤ ਰਲੀ ਸੰਪੂਰਨ ਥਿਆਰਾਂ, ਫਿਰ ਉਹ ਪਰਮੇਸ਼ਰ ਜਿਹੜੀ ਜੋਤ ਹੈ ਇਹ ਜੀਵ ਦੇ ਅੰਦਰ, ਉਹ ਫਿਰ ਜੋਤ ਦੇ ਅੰਦਰ ਉਹ ਮਿਲਾ ਲੈਂਦਾ ਹੈ। ਸਦਾ ਸੁਖ ਹੋਏ, ਇਹ ਜਿਹੜਾ ਸਦੀਵੀ ਸੁਖ ਹੈ ਉਸ ਨੂੰ ਇਹ ਬਖਸ਼ਿਸ਼ ਹੋ ਜਾਂਦਾ ਹੈ। ਕਿਹਨੂੰ? ਨਿਤ ਨਿਤ ਜੀੜੇ ਸੰਭਾਲੀਣ, ਜਿਹੜੇ ਨਿਤਾ ਪ੍ਰਤੀ ਉਸ ਪਰਮੇਸ਼ਰ ਨੂੰ ਸੰਭਾਲਦੇ ਹਨ। ਹਿਰਦੇ ਅੰਦਰ ਸੱਦਣਹਾਰਾ ਸਿਮਰੀਐ, ਜਿਹੜੇ ਉਸ ਪਰਮੇਸ਼ਰ ਨੂੰ ਸਿਮਰਦੇ ਹਨ। ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹੇ, ਜਿਹੜੇ ਇਸ ਪ੍ਰਕਾਰ ਦੇ ਨਾਲ ਜਲ ਦੇ ਵਿੱਚੋਂ ਛਲ ਉੱਠਦੀ ਹੈ ਫਿਰ ਉਸ ਦੇ ਅੰਦਰ ਸਮਾ ਜਾਂਦੀ ਹੈ। ਇਹ ਜੋ ਜੀਵ ਜਿਹੜੇ ਸਿਮਰਨ ਕਰਦੇ ਹਨ ਨਾ, ਫਿਰ ਇਸੇ ਪ੍ਰਕਾਰ ਛਲ ਦੀ ਨਿਆਈ ਉਸ ਪਾਣੀ ਦੇ ਅੰਦਰ ਹੀ ਸਮਾ ਕੇ ਤੇ ਉਹਦਾ ਰੂਪ ਹੀ ਹੋ ਜਾਂਦੇ ਹਨ। ਸਦਾ ਸੁਖ ਹੋਏ, ਇਹ ਜਿਹੜਾ ਸਦੀਵੀ ਸੁਖ ਹੈ ਪਰਮੇਸ਼ਰ ਦੀ ਇੱਕਮਿਕਤਾ ਦਾ, ਫਿਰ ਇਹ ਪ੍ਰਾਪਤ ਹੁੰਦਾ ਹੈ। ਜਿਹੜਾ ਹੱਡਾਂ ਕੋ ਕੜਕਾਏ ਵਾਲਾ ਫਿਰ ਜਿਹੜਾ ਦੁੱਖ ਹੈ ਨਾ, ਜਿਹੜਾ ਅੰਤ ਸਮੇਂ ਜੋ ਸਾਹਾ ਲਿਖਿਆ ਗਿਆ, ਤੇ ਉਸ ਸਮੇਂ ਜਿਹੜਾ ਹੱਡਾਂ ਕੋ ਕੜਕਾਏ ਵਾਲਾ ਦਰਦ ਹੋਣਾ ਹੈ, ਉਹ ਸਦਾ ਸੁਖ ਹੋਏ, ਉਹ ਸੁਖ ਦੇ ਵਿੱਚ ਤਬਦੀਲ ਹੋ ਜਾਵੇਗਾ। ਫਿਰ ਭਾਵੇਂ ਭਾਈ ਮਣੀ ਸਿੰਘ ਵਾਂਗ ਬੰਦ ਕੱਟਿਆ ਜਾਵੇ, ਭਾਈ ਮਤੀ ਦਾਸ ਵਾਂਗ ਭਾਵੇਂ ਆਰੇ ਤੇ ਚੀਰਿਆ ਜਾਵੇ, ਭਾਈ ਤਾਰੂ ਸਿੰਘ ਵਾਂਗ ਭਾਵੇਂ ਖੋਪਰ ਜਿਉਂਦੇ ਦਾ ਲਾਹ ਦਿੱਤਾ ਜਾਵੇ, ਉਹ ਜਿਹੜਾ ਆਨੰਦ ਹੈ ਨਾ ਉਹ ਨਹੀਂ ਕਿਸੇ ਪ੍ਰਕਾਰ ਘਟੇਗਾ। ਇਹ ਕਲਾ ਕਿਵੇਂ ਵਾਪਰੇਗੀ? ਸੱਦਣਹਾਰਾ ਸਿਮਰੀਐ, ਉਸ ਦਾ ਸਿਮਰਨ ਕਰਨ ਦੇ ਨਾਲ ਹੀ ਇਹ ਕਲਾ ਪਰਮੇਸ਼ਰ ਦੀ ਵਾਪਰੇਗੀ। ਨਿਤ ਨਿਤ ਜੀੜੇ ਸੰਭਾਲੀਣ, ਇਹ ਸੰਭਾਲਣਾ ਚਾਹੀਦਾ ਹੈ। ਨਿਤਾ ਪ੍ਰਤੀ ਸਾਨੂੰ ਪਰਮੇਸ਼ਰ ਨੂੰ ਆਪਦੇ ਹਿਰਦੇ ਅੰਦਰ ਸੰਭਾਲ ਕਰਕੇ ਰੱਖਣਾ ਚਾਹੀਦਾ ਹੈ। ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਨਾ, ਸਦਾ ਸੱਦਣਹਾਰਾ ਸਿਮਰੀਐ। ਇੱਕ ਸਮੇਂ ਜੋ ਰਾਜਾ ਸੀ ਆਪਣੇ ਜੰਗਲ ਦੇ ਅੰਦਰ ਜੋ ਗਿਆ ਸ਼ਿਕਾਰ ਖੇਡਣ, ਉਸ ਨੂੰ ਪਿਆਸ ਲੱਗੀ। ਉਹ ਦੇਖਦਾ ਫਿਰੇ ਕਿ ਜਲ ਦੀ ਪ੍ਰਾਪਤੀ ਕਿੱਥੋਂ ਹੋਵੇਗੀ। ਇੱਕ ਜੋ ਲੱਕੜਹਾਰਾ ਸੀ, ਉਹ ਲੱਕੜਾਂ ਵੱਢ ਕੇ ਤੇ ਲੱਕੜਾਂ ਨੂੰ ਸਾੜ ਕਰਕੇ ਉਹਨਾਂ ਦਾ ਕੋਲਾ ਬਣਾ ਰਿਹਾ ਸੀ। ਤੇ ਉਸ ਨੇ ਰਾਜੇ ਨੇ ਫਿਰ ਉਹਦੇ ਕੋਲ ਜਾ ਕਰਕੇ ਪੁੱਛਣਾ ਕੀਤਾ ਕਿ ਭਾਈ ਜਲ ਦੀ ਲੋੜ ਹੈ, ਪਿਆਸ ਲੱਗੀ ਹੈ, ਮੈਂ ਰਾਜਾ ਹਾਂ। ਉਸ ਨੇ ਸਿਆਣ ਲਿਆ ਰਾਜੇ ਨੂੰ, ਤੇ ਉਸ ਸਮੇਂ ਉਹਨੇ ਲੱਕੜਹਾਰੇ ਨੇ ਉਹਨੂੰ ਜਲ ਦੇ ਦਿੱਤਾ। ਰਾਜੇ ਨੇ ਜਲ ਛਕਿਆ, ਬੜਾ ਪ੍ਰਸੰਨ ਹੋਇਆ, ਆਨੰਦ ਪ੍ਰਾਪਤ ਕੀਤਾ ਉਸਨੇ, ਤੇ ਉਸ ਤੇ ਖੁਸ਼ ਹੋ ਕਰਕੇ ਉਸ ਨੂੰ ਇੱਕ ਆਪਣੀ ਨਿਸ਼ਾਨੀ ਦੇ ਦਿੱਤੀ ਕਿ ਜਿਸ ਸਮੇਂ ਵੀ ਤੈਨੂੰ ਕੋਈ ਵੀ ਲੋੜ ਪਵੇ, ਇਹ ਨਿਸ਼ਾਨੀ ਨੂੰ ਦਿਖਾ ਕਰਕੇ ਮੇਰੇ ਪਾਸ ਆ ਜਾਵੀਂ, ਤੇ ਉਸ ਸਮੇਂ ਤੇਰੀ ਲੋੜ ਦੀ ਹਰ ਪ੍ਰਕਾਰ ਦੇ ਨਾਲ ਪੂਰਤੀ ਹੋਵੇਗੀ। ਚਲੋ ਰਾਜਾ ਮਹਿਲਾਂ ਨੂੰ ਚਲਾ ਗਿਆ। ਸਮਾਂ ਪਿਆ, ਜਿਹੜਾ ਲੱਕੜਹਾਰਾ ਸੀ ਉਹ ਰਾਜੇ ਦੇ ਪਾਸ ਆ ਗਿਆ ਤੇ ਆਣ ਕਰਕੇ ਬੇਨਤੀ ਕਰਨ ਲੱਗਾ ਕਿ ਇਸ ਪ੍ਰਕਾਰ ਗਰੀਬੀ ਬਹੁਤ ਹੈ ਤੇ ਕਿਰਪਾ ਕਰੋ। ਤੇ ਰਾਜੇ ਵੀ ਬੜਾ ਪ੍ਰਸੰਨ ਸੀ ਉਸ ਤੋਂ ਪਹਿਲਾਂ ਹੀ, ਤੇ ਉਸ ਨੇ ਬੇ ਸੋਚਿਆ ਮਨ ਦੇ ਅੰਦਰ ਕਿ ਹਾਂ ਇਹ ਲੱਕੜਹਾਰਾ ਹੈ, ਇਸ ਨੂੰ ਤਜਰਬਾ ਹੈ ਲੱਕੜਾਂ ਵਾਲੇ ਕਾਰਜ ਕਰਨ ਦਾ, ਲੱਕੜਾਂ ਵਾਲਾ ਕੰਮ ਕਰਨ ਦਾ। ਤੇ ਰਾਜੇ ਨੇ ਕੀ ਕੀਤਾ, ਜੋ ਚੰਦਨ ਦਾ ਬਾਗ ਸੀ ਨਾ, ਚੰਦਨ ਦੇ ਰੁੱਖਾਂ ਦਾ, ਇਹ ਉਸ ਨੂੰ ਦਾਨ ਕਰ ਦਿੱਤਾ, ਬਖਸ਼ਿਸ਼ ਕਰ ਦਿੱਤਾ। ਪਰ ਜਿਹੜਾ ਲੱਕੜਹਾਰਾ, ਉਸ ਨੇ ਇਸ ਦਾਨ ਨੂੰ ਤੁੱਛ ਜਿਹਾ ਸਮਝਿਆ ਕਿ ਚਲੋ ਠੀਕ ਹੈ ਕਿ ਅੱਗੇ ਜੰਗਲ ਦੇ ਵਿੱਚ ਦੂਰ ਜਾਣਾ ਪੈਂਦਾ ਸੀ ਲੱਕੜਾਂ ਵੱਢ ਕੇ ਕੋਲਾ ਬਣਾਉਣ ਲਈ, ਹੁਣ ਚਲੋ ਇਹ ਚੰਦਨ ਦਾ ਬਾਗ ਨਗਰ ਦੇ ਲਾਗੇ ਹੀ ਹੈ, ਚਲੋ ਇੱਥੇ ਹੀ ਕੋਲੇ ਬਣਾ ਕਰਕੇ ਤੇ ਕੁਝ ਸਮਾਂ ਬਤੀਤ ਹੋ ਜਾਵੇਗਾ। ਇਸ ਪ੍ਰਕਾਰ ਨਾਲ ਸਮਾਂ ਬੀਤਿਆ। ਉਸ ਦੀ ਫਿਰ ਉਹੀ ਹਾਲਤ ਹੋ ਗਈ, ਗਰੀਬੀ ਹੋ ਗਈ। ਉਸ ਨੇ ਜੰਗਲ ਦੇ ਵਿੱਚ ਆਣ ਕਰਕੇ ਤੇ ਫਿਰ ਉਵੇਂ ਹੀ ਲੱਕੜਾਂ ਜੋ ਸਾੜ ਕਰਕੇ ਤੇ ਉਹਨਾਂ ਦਾ ਕੋਲਾ ਬਣਾ ਰਿਹਾ ਸੀ। ਰਾਜੇ ਨੇ ਫਿਰ ਉਸ ਨੂੰ ਦੇਖਿਆ ਇੱਕ ਦਿਨ ਤੇ ਬੜਾ ਹੈਰਾਨ ਹੋਇਆ। ਉਸ ਨੂੰ ਪੁੱਛਿਆ ਕਿ ਤੈਨੂੰ ਚੰਦਨ ਦੇ ਲੱਕੜਾਂ ਦਾ ਬਾਗ ਤੈਨੂੰ ਦਾਨ ਕਰ ਦਿੱਤਾ ਸੀ, ਤੇ ਫਿਰ ਤੇਰੀ ਇਸ ਪ੍ਰਕਾਰ ਨਾਲ ਕਿਉਂ ਹਾਲਤ ਹੈ? ਉਸ ਨੇ ਦੱਸਣਾ ਕੀਤਾ ਕਿ ਤੁਸੀਂ ਜਿਹੜਾ ਦਾਨ ਕੀਤਾ ਸੀ ਮੈਨੂੰ ਬਾਗ, ਜੰਗਲ ਦਾਨ ਕੀਤਾ ਸੀ ਚੰਦਨ ਦੀਆਂ ਲੱਕੜਾਂ ਦਾ, ਉਹ ਤਾਂ ਮੇਰਾ ਕਹਿੰਦਾ ਕਿ 2-3 ਮਹੀਨੇ ਹੀ ਗੁਜ਼ਰੇ ਉਸ ਦੇ ਨਾਲ, ਜੋ ਲੱਕੜਾਂ ਬਾਲ ਕਰਕੇ ਸਾੜ ਕਰਕੇ ਮੈਂ ਕੋਲਾ ਬਣਾ ਕੇ ਵੇਚ ਦਿੱਤਾ। ਤੇ ਰਾਜਾ ਫਿਰ ਉਸ ਦੀ ਮੂਰਖਤਾ ਦੇ ਉੱਪਰ ਬੜਾ ਉਸ ਨੂੰ ਤਰਸ ਆਇਆ, ਤੇ ਉਸ ਦੇ ਹੱਥ ਵਿੱਚ ਜਿਹੜੀ ਲੱਕੜਹਾਰੇ ਦੇ ਹੱਥ ਵਿੱਚ ਜੋ ਚੰਦਨ ਦੀ ਲੱਕੜੀ ਦੀ ਕੁੰਡਣ ਜਿਹੜੀ ਉਹ ਫੜੀ ਹੋਈ ਸੀ ਲੱਕੜਾਂ ਨੂੰ ਹਿਲਾਉਣ ਵਾਸਤੇ, ਤੇ ਉਸ ਸਮੇਂ ਰਾਜੇ ਨੇ ਕਿਹਾ ਕਿ ਜਾ ਇਸ ਨੂੰ ਬਾਜ਼ਾਰ ਦੇ ਅੰਦਰ ਇਸ ਲੱਕੜ ਦਾ ਮੁੱਲ ਪਤਾ ਕਰਕੇ ਆ। ਤੇ ਜੇ ਸਮੇਂ ਉਹ ਲੱਕੜ ਦਾ ਮੁੱਲ ਉਸ ਨੇ ਪੁੱਛਿਆ ਜਾ ਕਰਕੇ, ਜਿਸ ਨੂੰ ਪਰਖ ਸੀ ਉਸ ਲੱਕੜ ਦੀ, ਤੇ ਉਸ ਦਾ ਮੁੱਲ ਜਿਹੜਾ ਸੀ 300-400 ਰੁਪਈਆ ਉਸ ਸਮੇਂ ਉਸ ਇੱਕ ਕੁੱਡਣ ਦਾ ਹੀ ਉਸ ਨੂੰ ਪਤਾ ਲੱਗਾ ਕਿ ਇਤਨਾ ਮੁੱਲ ਹੈ। ਤਾਂ ਭੁੱਬਾ ਮਾਰ ਕੇ ਉਹ ਜਿਹੜਾ ਲੱਕੜਹਾਰਾ ਰੋ ਪਿਆ ਕਿ ਇਤਨਾ
ਬੇਸ਼ਕੀਮਤੀ ਮੇਰੇ ਪਾਸ ਖਜ਼ਾਨਾ ਸੀ, ਚੰਦਨ ਦੀਆਂ ਲੱਕੜਾਂ ਦਾ ਬਾਗ ਸੀ ਮੇਰੇ ਪਾਸ, ਤੇ ਮੈਂ ਉਸ ਨੂੰ ਕੌਡੀਆਂ ਦੇ ਭਾਅ ਵੇਚ ਕਰਕੇ ਤੇ ਅੱਜ ਫਿਰ ਆਪਣੀ ਗਰੀਬੀ ਦੇ ਵਿੱਚ ਜੀ ਰਿਹਾ ਹਾਂ। ਸਾਧ ਸੰਗਤ, ਆਪਾਂ ਉਹਦੇ ਮਨ ਦੇ ਅੰਦਰ ਵਿਚਾਰ ਕਰ ਲਈਏ ਕਿ ਜਿਹੜਾ ਰਾਜਾ ਰੂਪ ਪਰਮੇਸ਼ਰ ਹੈ ਨਾ, ਉਸ ਨੇ ਆਪਣੇ ਤੇ ਪ੍ਰਸੰਨ ਹੋ ਕਰਕੇ ਇਹ ਜਿਹੜੇ ਸਵਾਸ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਚੰਦਨ ਦੀਆਂ ਲੱਕੜਾਂ ਦੀ ਨਿਆਈ, ਇਹ ਬਾਗ ਦੀ ਨਹੀਂ, ਇਹ ਸਵਾਸ ਬਖਸ਼ਿਸ਼ ਕੀਤੇ ਹਨ ਆਪਾਂ ਨੂੰ, ਤੇ ਆਪਾਂ ਇਸ ਨੂੰ ਕੌਡੀਆਂ ਦੇ ਭਾਅ ਕਿਵੇਂ ਵਿਕਾਰਾਂ ਦੇ ਅੰਦਰ, ਸੰਸਾਰੀ ਧੰਦਿਆਂ ਦੇ ਅੰਦਰ ਇਹਨਾਂ ਨੂੰ ਆਪਾਂ ਲਾ ਕਰਕੇ ਤੇ ਨਾਸ ਕਰ ਰਹੇ ਹਾਂ। ਤੇ ਅੰਤ ਸਮੇਂ ਫਿਰ ਇਹ ਜਿਹੜੀ ਗਰੀਬੀ ਹੈ ਨਾ, ਦੁੱਖ ਹੈ ਮੌਤ ਦਾ, ਉਸ ਦੇ ਵਸ ਪੈ ਜਾਵਾਂਗੇ। ਤੇ ਇੱਕ ਵਾਰੀ ਨਹੀਂ, ਵੱਲ ਵੱਲ ਉਤਰੈ, ਵਾਰ-ਵਾਰ ਇਹਨਾਂ ਜੂਨਾਂ ਦੇ ਅੰਦਰ ਫਿਰ ਆਪਾਂ ਨੂੰ ਬਾਰ-ਬਾਰ ਇਹੀ ਦਰਦ, ਇਹੀ ਗਰੀਬੀ ਰੂਪ ਜਿਹੜੇ ਦਰਦ, ਇਹ ਸਾਨੂੰ ਸਹੇੜਨੇ ਪੈਣਗੇ। ਤੇ ਕਿਉਂ ਨਾ ਆਪਾਂ ਚੰਦਨ ਦੀਆਂ ਲੱਕੜਾਂ ਨੂੰ ਹੀ ਸਹੀ ਮੁੱਲ ਲਗਾ ਕਰਕੇ, ਵੇਚ ਕਰਕੇ ਤੇ ਆਪਣਾ ਜੀਵਨ ਸਫਲ ਕਰਕੇ ਤੇ ਉਸ ਪਰਮੇਸ਼ਰ ਦੇ ਅੰਦਰ ਇੱਕ ਮਿਕ ਹੋ ਕਰਕੇ ਜਿਹੜਾ ਸਦਾ ਸੁਖ ਹੋਏ, ਸਦੀਵੀ ਸੁਖ ਹੈ, ਆਪਾਂ ਕਿਉਂ ਨਾ ਪ੍ਰਾਪਤ ਕਰ ਲਈਏ। ਸਤਿਗੁਰੂ ਫਰਮਾਉਂਦੇ ਹਨ ਨਾ, ਹਰ ਰਾਸ ਮੇਰੀ ਮਨ ਵਣਜਾਰਾ। ਜਿਹੜਾ ਹਰੀ ਪਰਮੇਸ਼ਰ ਮੇਰੀ ਰਾਸ ਪੂੰਜੀ ਹੈ ਤੇ ਮੇਰਾ ਮਨ ਇਹ ਵਣਜਾਰਾ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟੇ ਹੋ ਦਿਹਾੜੀ। ਇਹ ਜਿਹੜਾ ਆਪਾਂ ਦਿਹਾੜੀ ਖੱਟਦੇ ਹਨ ਨਾ, ਦਿਹਾੜੀ ਕਰਕੇ ਤੇ ਅਖੀਰ ਉਸ ਨੂੰ ਲਾਹਾ ਜੋ ਪੈਸੇ ਮਿਲ ਜਾਂਦੇ ਹਨ ਦਿਹਾੜੀਦਾਰ ਨੂੰ, ਪਰਮੇਸ਼ਰ ਕਹਿੰਦੇ ਕਿ ਕਿਹੜਾ ਲਾਹਾ ਖੱਟਣਾ ਤੇ ਕਿਹੜੀ ਦਿਹਾੜੀ ਕਰਨੀ। ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟੇ ਹੋ ਦਿਹਾੜੀ। ਉਸ ਪਰਮੇਸ਼ਰ ਦਾ ਨਾਮ ਇਹ ਮਨ ਨੂੰ ਵਣਜਾਰਾ ਬਣਾ ਕਰਕੇ ਤੇ ਪਰਮੇਸ਼ਰ ਦੇ ਨਾਮ ਨੂੰ ਖਜ਼ਾਨਾ ਬਣਾ ਕੇ ਤੇ ਇਸ ਦਾ ਵਣਜ ਕਰਨਾ ਹੈ, ਸਿਮਰਨ ਕਰਨਾ ਹੈ। ਸੱਦਣਹਾਰਾ ਸਿਮਰੀਐ, ਬਖਸ਼ਿਸ਼ ਕੀਤੀ ਨਾ, ਸੱਦਣਹਾਰਾ ਉਸ ਪਰਮੇਸ਼ਰ ਨੂੰ ਸਿਮਰਨਾ ਹੈ, ਇਸ ਦਾ ਵਪਾਰ ਕਰਨਾ ਹੈ ਤੇ ਇਹੀ ਲਾਹਾ ਖੱਟਣਾ ਹੈ। ਇਹੀ ਲਾਹਾ ਖੱਟ ਕਰਕੇ ਤੇ ਚੰਦਨ ਦੀ ਲੱਕੜ ਦੀ ਨਿਆਈ, ਫਿਰ ਜਿਹੜੇ ਸਵਾਸ ਹਨ ਨਾ ਕੀਮਤੀ, ਤੇ ਇਹਨਾਂ ਨੂੰ ਵਿਕਾਰਾਂ ਤੋਂ ਤੇ ਇਹ ਦੁਨਿਆਵੀ ਧੰਦਿਆਂ ਤੋਂ, ਕਿਉਂਕਿ ਸਤਿਗੁਰ ਬਖਸ਼ਿਸ਼ ਕਰਦੇ ਹਨ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ ਵੱਡਾ। ਦੁਨੀਆਦਾਰ ਹੋ ਕਰਕੇ ਤੂੰ ਦੁਨੀਆ ਦੇ ਕਾਰਜ ਕਰ ਰਿਹਾ ਹੈ, ਗਲ ਦੇ ਅੰਦਰ ਅਖੀਰੀ ਸਮੇਂ ਜੇਕਰ ਤੂੰ ਸੱਦਣਹਾਰਾ ਸਿਮਰਿਆ ਇਹ ਨਾ ਕੀਤਾ, ਗਲ ਸੰਗਲ ਕੱਤ ਚਲਾਇਆ, ਗਲ ਦੇ ਅੰਦਰ ਸੰਗਲ ਪਾ ਕਰਕੇ ਤੇ ਅਗਲਿਆਂ ਨੇ ਧੂ ਕੇ ਧਰਮ ਰਾਜੇ ਦੇ ਦੁਆਰ ਤੇ ਖੜਨਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸੱਦਣਹਾਰਾ ਸਿਮਰਿਆ। ਇਸ ਕਰਕੇ ਇਹ ਜਿਹੜੇ ਚੰਦਨ ਦੀ ਲੱਕੜ ਰੂਪੀ ਜਿਹੜੇ ਸਵਾਸ ਕੀਮਤੀ ਹਨ ਨਾ, ਕੌਡੀਆਂ ਦੇ ਭਾਅ ਨਾ ਵੇਚ ਕਰਕੇ ਤੇ ਇਸ ਦਾ ਸਹੀ ਮੁੱਲ ਜਿਹੜਾ ਹੈ, ਹਰ ਰਾਸ ਮੇਰੀ ਤੇ ਮਨ ਵਣਜਾਰਾ, ਮਨ ਨੂੰ ਵਣਜਾਰਾ ਬਣਾ ਕਰਕੇ ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟਿਓ ਦਿਹਾੜੀ। ਇਹ ਲਾਹਾ ਖੱਟ ਲਈਏ, ਅਸਲੀ ਜਿਹੜਾ ਮੁੱਲ ਹੈ ਆਪਾਂ ਨੂੰ ਮਿਲ ਜਾਵੇ ਤੇ ਸੌਖੇ ਹੋ ਜਾਈਏ, ਆਪਾਂ ਜਨਮ ਮਰਨ ਦੇ ਗੇੜ ਤੋਂ ਬਚ ਜਾਈਏ। ਇਹ ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਜਿਹੜਾ ਸਾਹਾ ਲਿਖਿਆ ਗਿਆ ਮੌਤ ਦਾ, ਇਹ ਨਹੀਂ ਟਲਣਾ, ਇਸ ਨੇ ਨਹੀਂ ਟਲਣਾ। ਸੱਦਣਹਾਰਾ ਸਿਮਰਿਆ ਇੱਕੋ ਕਾਰਜ ਹੈ, ਉਸ ਪਰਮੇਸ਼ਰ ਦਾ ਸਿਮਰਨ ਕਰਨਾ ਕਰੀਏ, ਸਦਾ ਸੁਖ ਹੋਏ, ਜਿਸ ਦੇ ਨਾਲ ਸਦੀਵੀ ਸੁਖ ਪ੍ਰਾਪਤ ਹੋ ਜਾਵੇਗਾ। ਇਹ ਸਤਿਗੁਰਾਂ ਨੇ ਅੱਜ ਦੇ ਪਹਿਲੇ ਸ਼ਬਦ ਦੇ ਅੰਦਰ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਅੰਦਰ ਦਾ ਪਹਿਲਾ ਜੋ ਸ਼ਬਦ ਹੈ ਉਸ ਅੰਦਰ ਬਖਸ਼ਿਸ਼ ਕੀਤੀ। ਜੋ ਅਗਲਾ ਸ਼ਬਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਆਸਾ ਰਾਗ ਦੇ ਅੰਦਰ 6 ਘਰ 6 ਗੁਰ 6 ਉਪਦੇਸ਼, ਇਸ ਦੀ ਆਪਾਂ ਸਤਿਗੁਰਾਂ ਪਾਸ ਕੱਲ ਨੂੰ ਬਖਸ਼ਿਸ਼ ਪ੍ਰਾਪਤ ਕਰਾਂਗੇ। ਕੱਲ ਨੂੰ ਇਸ ਸ਼ਬਦ ਨੂੰ ਸਰਵਣ ਕਰਨ ਦਾ ਯਤਨ ਕਰਾਂਗੇ। ਆਈ ਹੋਈ ਸਾਰੀ ਹੀ ਸੰਗਤ ਦਾ ਧੰਨਵਾਦ ਜੋ ਅੱਜ ਸ੍ਰੀ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਪ੍ਰਾਰੰਭ ਹੋਈ ਹੈ। ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਕਥਾ ਵਿਚਾਰ ਸੁਣ ਕਰਕੇ ਤੇ ਆਪਣਾ ਜੀਵਨ ਸਫਲ ਕਰ ਲਈਏ। ਸੁਣ ਹਰ ਕਥਾ ਉਤਾਰੀ ਮੈਲ, ਜਿਹੜੀ ਮੈਲ ਨੂੰ ਜਨਮਾਂ ਜਨਮਾਂਤਾਂ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸ਼ਿਆਹ, ਜਿਹੜਾ ਕਾਲਾ ਸ਼ਾਹ ਹੋਇਆ ਹੈ ਨਾ, ਤੇ ਜੇਕਰ ਇਹ ਕਾਲਾ ਸ਼ਾਹ ਹੈ ਤਾਂ ਇਸ ਦਾ ਫਿਰ ਇਹ ਚਿੱਤ ਪਰਮੇਸ਼ਰ ਵੱਲ ਨਹੀਂ ਆਉਣ ਨੂੰ ਕਰਦਾ, ਇੱਕ ਕਦਮ ਵੀ ਪੁੱਟਣ ਨੂੰ ਨਹੀਂ ਕਰਦਾ। ਪੰਕ ਜੋ ਮੋਹ ਪੱਗ ਨਹੀਂ ਚਾਲੈ, ਇਹ ਮੋਹ ਦੇ ਚਿੱਕੜ ਵਿੱਚ, ਕਾਲਕ ਵਿੱਚ ਜਿਹੜਾ ਫਸ ਚੁੱਕਿਆ ਹੈ ਨਾ, ਇਸ ਦਾ ਪੱਗ ਨਹੀਂ ਚਾਲੈ ਪਰਮੇਸ਼ਰ ਵੱਲ, ਗੁਰੂ ਦੇ ਦੁਆਰੇ ਦੇ ਆਉਣ ਵੱਲ ਇਹਦਾ ਕਦਮ ਹੀ ਨਹੀਂ ਚੱਲਦਾ। ਕੀ ਕਰ, ਨਿਤ ਨਿਤ ਜਿਹੜੇ ਸੰਭਾਲੀਣ, ਉਸ ਨੂੰ ਸੰਭਾਲ। ਆ ਕਰਕੇ ਕਥਾ ਸੁਣ ਕਰਕੇ ਜਿਸ ਸਮੇਂ ਤੇਰੀ ਮੈਲ ਉਤਰ ਗਈ ਨਾ, ਫਿਰ ਸਤਿਗੁਰੂ ਆਪ ਹੀ ਮਨ ਦੇ ਅੰਦਰ ਫਿਰ ਇਹ ਚਾਹ ਪੈਦਾ ਹੋ ਜਾਵੇਗਾ ਕਿ ਮੈਂ ਸਤਿਗੁਰਾਂ ਦੇ ਦੁਆਰੇ ਤੇ ਜਾ ਕਰਕੇ ਤੇ ਸਿਮਰਨ ਕਰਨਾ ਹੈ, ਸੇਵਾ ਕਰਨੀ, ਕਥਾ ਸਰਵਣ ਕਰਨੀ ਹੈ। ਇਹ ਸਤਿਗੁਰਾਂ ਦੀ ਬਖਸ਼ਿਸ਼ ਹੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਪ੍ਰਾਪਤ ਹੋਣਾ ਹੈ ਤੇ ਬਖਸ਼ਿਸ਼ ਦੇ ਪਾਤਰ ਆਪਾਂ ਬਣ ਜਾਈਏ। ਐਸੀ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰ ਦੇਣ। ਕਥਾ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਦੀ ਮੁਆਫੀ ਸਤਿਗੁਰੂ ਬਖਸ਼ਣਹਾਰ ਹਨ, ਬਖਸ਼ ਲੈਣ। ਸੋ ਆਖਰੀ ਪੰਕਤੀਆਂ ਪੜ੍ਹ ਕੇ ਅੱਜ ਦੇ ਦੀਵਾਨ ਦੀ ਸਮਾਪਤੀ ਹੈ ਜੀ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ, ਸੱਦਣਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।